ਜੈ ਭਾਰਤ। ਯੂਰਪ, ਯੂਕੇ ਅਤੇ ਦੂਸਰੇ ਦੇਸ਼ਾਂ ਵਿੱਚ ਲੋਟਸ ਟੈਲੀਵਿਜ਼ਨ ਨੂੰ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਸਥਾਪਿਤ ਕੀਤੀ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਆਪ ਜੀ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੀ ਸੇਵਾ ਨਰੇਸ਼ ਮਢਾਰ ਅਤੇ ਕਵਿਤਾ ਮਢਾਰ ਜੀ ਦੇ ਪਰਿਵਾਰ ਵੱਲੋਂ ਆਪਣੇ ਮਾਮਾ ਜੀ ਸੇਠ ਮੂਲ ਰਾਜ ਕਲੇਰ ਜੀ ਦੀ ਯਾਦ ਵਿੱਚ ਕਰਵਾਈ ਜਾ ਰਹੀ ਹੈ। 18 ਨਵੰਬਰ ਨੂੰ 84 ਸਾਲ ਦੀ ਉਮਰ ਭੋਗ ਕੇ ਸਾਨੂੰ ਵਿਛੋੜਾ ਦੇ ਗਏ ਸਨ। ਨਰੇਸ਼ ਮਢਾਰ ਜੀ ਨੂੰ ਅੰਬੇਡਕਰ ਵਿਚਾਰਧਾਰਾ ਗੁੜਤੀ ਵਿੱਚ ਮਿਲੀ ਹੋਈ ਹੈ। ਅੱਜ ਅਸੀਂ ਆਪਣੇ ਪ੍ਰੋਗਰਾਮ ਵਿੱਚ ਆਪਣੇ ਦਰਸ਼ਕਾਂ ਵਿੱਚ ਇਤਿਹਾਸ ਦੀ ਗੱਲ ਕਰਨ ਜਾ ਰਹੇ ਹਾਂ। ਜਿਸ ਪਰਿਵਾਰ ਵੱਲੋਂ ਇਸ ਪ੍ਰੋਗਰਾਮ ਦੀ ਸੇਵਾ ਕਰਵਾਈ ਜਾ ਰਹੀ ਹੈ ਉਹ ਪਰਿਵਾਰ ਇੱਕ ਖੁਦ ਇਤਿਹਾਸ ਹੈ। ਸੇਠ ਕਿਸ਼ਨਦਾਸ ਕਲੇਰ ਨਰੇਸ਼ ਕੁਮਾਰ ਦੇ ਨਾਨਾ ਜੀ ਸਨ। 27 ਅਕਤੂਬਰ 1951 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਬੂਟਾ ਮੰਡੀ ਜਲੰਧਰ ਵਿੱਚ ਸੇਠ ਕਿਸ਼ਨਦਾਸ ਕਲੇਰ ਜੀ ਦੀਆਂ ਕੋਸ਼ਿਸ਼ਾਂ ਕਾਰਨ ਉਹਨਾਂ ਦੇ ਘਰ ਇੱਕ ਰਾਤ ਰਹੇ ਅਤੇ ਭੋਜਨ ਖਾਧਾ। ਬਾਅਦ ਵਿੱਚ ਸੇਠ ਕਿਸ਼ਨਦਾਸ ਜੀ ਸ਼ਡਿਊਲਡ ਕਾਸਟ ਫੈਡਰੇਸ਼ਨ ਨਾਲ ਜੁੜੇ ਰਹੇ ਸਨ ਅਤੇ 1937 ਵਿੱਚ ਆਦਿ ਧਰਮ ਮੰਡਲ ਵੱਲੋਂ MLA ਸਨ। ਬਾਬਾ ਸਾਹਿਬ ਦੇ ਚਰਨ ਪਾਉਣ ਨਾਲ ਇਹ ਘਰ ਇਤਨਾ ਇਤਿਹਾਸਿਕ ਬਣ ਗਿਆ ਕਿ ਇਸ ਨੂੰ ਵੇਖਣ ਵਾਸਤੇ ਬਾਅਦ ਵਿੱਚ ਮਾਨੇਵਰ ਕਾਂਸ਼ੀ ਰਾਮ ਜੀ, ਕੁਮਾਰੀ ਮਾਇਆਵਤੀ ਜੀ, ਪ੍ਰਕਾਸ਼ ਸਿੰਘ ਬਾਦਲ ਜੀ, ਸੁਖਬੀਰ ਬਾਦਲ ਜੀ ਅਤੇ ਇੰਦਰ ਕੁਮਾਰ ਗੁਜਰਾਲ ਵਰਗੇ ਲੋਕ ਵੀ ਦੇਖਣ ਆਏ ਸਨ। ਸੇਠ ਮੂਲ ਰਾਜ ਦੇ ਲੜਕੇ ਜਾਣੀ ਸੇਠ ਕਿਸ਼ਨਦਾਸ ਦੇ ਪੋਤੇ ਅਵਿਨਾਸ਼ ਚੰਦਰ ਜੀ ਵੀ 2 ਵਾਰ ਦੇ MLA, ਇੱਕ ਵਾਰ ਕਰਤਾਰਪੁਰ ਤੋਂ ਅਤੇ ਦੂਸਰੀ ਵਾਰ ਫਿਲੌਰ ਤੋਂ ਸਨ। ਨਰੇਸ਼ ਮਢਾਰ ਦੇ ਦੱਸਣ ਅਨੁਸਾਰ ਅਵਿਨਾਸ਼ ਚੰਦਰ ਦਾ ਜਨਮ ਉਹ ਕਹਿੰਦੇ ਨੇ ਕਿ ਮਾਮਾ ਜੀ ਦੇ ਵਿਆਹ ਤੋਂ 13 ਸਾਲ ਬਾਅਦ ਹੋਇਆ ਸੀ। ਮੇਰੀ ਨਾਨਕੇ ਵਿੱਚ ਮਾਮਾ ਜੀ ਮੂਲ ਰਾਜ ਨਾਲ ਬਹੁਤ ਹੀ ਕਰੀਬੀ ਅਟੈਚਮੈਂਟ ਸੀ। ਜਿੱਥੋਂ ਬਾਬਾ ਸਾਹਿਬ ਦੇ ਵਿਚਾਰਾਂ ਦੀ ਅਗਾਂਹ-ਵਧੂ ਸੋਚ ਦੀ ਚਿਣਗ ਜਾਗ ਪਈ। ਲੋਟਸ TV ਦੀ ਉਹ ਹਮੇਸ਼ਾ ਵੱਧ ਚੜ ਕੇ ਸਪੋਰਟ ਕਰਦੇ ਹਨ। ਅਸੀਂ ਬੁੱਧ, ਧੰਮ ਅਤੇ ਸੰਘ ਦੀ ਅਨੁਕੰਪਾ ਨਾਲ ਇਸ ਪਰਿਵਾਰ ਦੇ ਸੁਖੀ ਅਤੇ ਨਿਰੋਗੀ ਹੋਣ ਦੀ ਕਾਮਨਾ ਕਰਦੇ ਹਾਂ। ਅੱਜ 30 ਜਨਵਰੀ 1948 ਨੂੰ 74 ਸਾਲ ਪਹਿਲਾਂ ਮੋਹਨਦਾਸ ਕਰਮਚੰਦ ਗਾਂਧੀ ਜੀ ਦਾ ਅੱਜ ਦੇਹਾਂਤ ਹੋਇਆ ਸੀ। ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਾਂ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਜੋ ਪ੍ਰੋਗਰਾਮ ਹੈ ਉਹ 26 ਜਨਵਰੀ ਦੇ ਸੰਦਰਭ ਵਿੱਚ ਪਿਛਲੇ ਹਫ਼ਤੇ ਕੀਤਾ ਸੀ। ਉਹ 26 ਜਨਵਰੀ ਤੋਂ 1818 ਤੋਂ ਲੈ ਕੇ 26 ਜਨਵਰੀ 1950 ਤੱਕ ਦੀ ਚਰਚਾ ਅਸੀਂ ਪਿਛਲੇ ਹਫ਼ਤੇ ਕੀਤੀ ਸੀ। ਅੱਜ 26 ਜਨਵਰੀ 1950 ਤੋਂ ਲੈ ਕੇ ਅੱਜ ਤੱਕ ਪ੍ਰੈਜ਼ੈਂਟ ਤੱਕ ਇਤਿਹਾਸ ਬਾਰੇ ਗੱਲ ਕਰਾਂਗੇ। ਇਸ ਕਰਕੇ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਵਿਸ਼ਵ ਦੇ ਸਭ ਤੋਂ ਵੱਡੇ ਗਣਤੰਤਰ ਦੇਸ਼ ਭਾਰਤ ਦੇ ਸੰਵਿਧਾਨਿਕ ਸੰਕਟ ਦਾ ਕਾਰਨ ਹਿੰਦੂਤਵ ਅਤੇ ਸਮਾਧਾਨ ਤੇ ਚਰਚਾ ਹੈ, ਜਿਸ ਵਿੱਚ ਹਿੱਸਾ ਲੈਣ ਲਈ ਮੇਰੇ ਨਾਲ ਤੇਜ ਬੁੱਧੀ ਦੇ ਮਾਲਕ, ਬਹੁਤ ਹੀ ਬੁੱਧੀਮਾਨ ਅਤੇ ਜਿਨ੍ਹਾਂ ਨੂੰ ਚੱਲਦਾ ਫਿਰਦਾ ਸਾਈਕਲੋਪੀਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਮੇਰੀ ਮੁਰਾਦ ਹੈ ਫਕੀਰ ਚੰਦ ਚੌਹਾਨ ਜੀ। ਚੌਹਾਨ ਸਾਹਿਬ, ਲੋਟਸ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਨਮੋ ਬੁੱਧ, ਜੈ ਭੀਮ, ਜੈ ਭਾਰਤ। ਚੌਹਾਨ ਸਾਹਿਬ, ਜਿਸ ਤਰ੍ਹਾਂ ਕਿ ਮੈਂ ਦੱਸਿਆ ਹੈ ਕਿ ਇਹ ਦੂਸਰੀ ਲੜੀ ਹੈ ਆਪਣੇ ਪ੍ਰੋਗਰਾਮ ਦੀ, ਕਿਉਂਕਿ ਪਹਿਲੀ ਲੜੀ ਦੇ ਵਿੱਚ ਜਿਸ ਤਰ੍ਹਾਂ ਹੈ ਕਿ ਆਪਾਂ 26 ਜਨਵਰੀ 1950 ਤੱਕ
ਇਤਿਹਾਸ ਦੀ ਚਰਚਾ ਕੀਤੀ ਸੀ। ਅੱਜ ਉਸ ਤੋਂ ਅੱਗੇ ਵਧਦੇ ਹਾਂ। ਸੋ ਮੇਰਾ ਪਹਿਲਾ ਸਵਾਲ ਹੈ ਕਿ ਭਾਰਤ ਦੇ ਗਣਤੰਤਰ ਦਾ ਮੁੱਢਲਾ ਸਫ਼ਰ ਕਿਵੇਂ ਸ਼ੁਰੂ ਹੋਇਆ? ਦੇਖੋ, ਜਿਹੜੀ ਆਪਾਂ ਅੱਗੇ ਚਰਚਾ ਕੀਤੀ ਹੈ, ਕਿਉਂਕਿ ਕੋਈ ਵੀ ਦੇਸ਼ ਜੇ ਜਦ ਗਣਤੰਤਰ ਬਣਦਾ ਜੀ ਤਾਂ ਸਾਰਿਆਂ ਨੂੰ ਉਸ ਸੰਵਿਧਾਨ ਤੇ ਚੱਲਣਾ ਪੈਂਦਾ। ਜੀ ਪਰ ਭਾਰਤ ਦੇ ਵਿੱਚ ਇਹ ਬਹੁਤ ਕਠਿਨਾਈਆਂ ਆਈਆਂ, ਜੀ ਕਿਉਂਕਿ ਜਦ ਸੰਵਿਧਾਨ ਦਾ ਨਿਰਮਾਣ ਹੋ ਰਿਹਾ ਸੀ ਤਾਂ ਬਹੁਤ ਲੋਕ ਵਿਰੋਧ ਦਾ ਕਰਦੇ ਸੀ। ਜੀ ਪਰ ਅੰਗਰੇਜ਼ਾਂ ਨੇ ਸਾਫ਼ ਦੱਸ ਦਿੱਤਾ ਸੀ ਵੀ ਜਿਹੜੀ ਕੌਂਸਟੀਚਿਊਂਟ ਅਸੈਂਬਲੀ ਤੁਸੀਂ ਬਣਾਉਣੀ ਆ ਜੀ ਔਰ ਬਾਅਦ ਦੇ ਵਿੱਚ ਉਹਨੀ ਸੰਵਿਧਾਨ ਬਣਾਉਣਾ ਹੈਗਾ। ਜੀ ਪਰ ਉਹ ਜਿਹੜੀਆਂ ਉਸ ਵੇਲੇ ਵੀ ਜੋ ਕੁਝ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਭੂਮਿਕਾ ਨਿਭਾਈ ਹੈ, ਜੀ ਉਹ ਸੱਚੀ ਤਾਂ ਇਮਾਨਦਾਰੀ ਸੀ। ਜੀ ਪਰ ਦੂਸਰੇ ਪਾਸੇ ਜਿਹੜੇ ਅਰਚਨਾ ਡਾਉਣ ਵਾਲੇ ਉਹ ਆਰਐਸਐਸ ਜੀ ਤਾਂ ਮੋਹਨਦਾਸ ਕਰਮਚੰਦ ਗਾਂਧੀ ਸੀ, ਜੀ ਕਿਉਂਕਿ ਜਿਹੜਾ ਆਪਾਂ ਕਿਹਾ ਵੀ ਸੰਕਟ ਦਾ ਕਾਰਨ ਵੀ ਇਹੀ ਹੈ। ਜੀ ਹੁਣ ਉਹਦੇ ਵਿੱਚ ਤੁਸੀਂ ਦੇਖੋ ਵੀ ਸੰਵਿਧਾਨ ਸਭਾ ਬਣ ਗਈ, ਉਹ ਤਾਂ ਸਾਰੇ ਇੰਡੀਆ ਦੀ ਬਣੀ ਸੀ। ਜੀ ਫਿਰ ਉਹ ਪਾਕਿਸਤਾਨ ਬਣ ਗਿਆ ਜੀ ਔਰ ਫਿਰ ਬਾਅਦ ਦੇ ਵਿੱਚ ਦੇਖੋ ਵੀ ਜਿਹੜੀ ਅਰਚਨਾ ਡਾਉਣ ਵਾਲੇ ਬੰਦੇ ਜਿਹੜੇ ਸੀਗੇ, ਕਿਉਂਕਿ ਆਰਐਸਐਸ ਉਦੋਂ ਪਿੱਛੋਂ ਕੰਮ ਕਰ ਰਹੀ ਸੀ, ਜੀ ਪਰ ਮੋਹਨਦਾਸ ਕਰਮਚੰਦ ਗਾਂਧੀ ਨੇ ਸਭ ਕੁਝ ਕੀਤਾ। ਜੀ ਕਿਉਂਕਿ ਜਿੰਨੇ ਉਹਦੇ ਲੈਫਟੀਨੈਂਟ ਸਨ, ਜੀ ਜਵਾਹਰ ਲਾਲ ਨਹਿਰੂ, ਜੀ। ਕਿਉਂਕਿ ਇਹ ਤਾਂ ਉਹਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਸੀ। ਜੀ ਫਿਰ ਇਹ ਵੀ ਕਿਹਾ ਸੀ ਵੀ ਇਹਨੂੰ ਪ੍ਰਾਈਮ ਮਿਨਿਸਟਰ ਬਣਾਉਣਾ। ਜੀ ਫਿਰ ਜਿਹੜਾ ਡਾਕਟਰ ਰਜਿੰਦਰ ਪ੍ਰਸਾਦ, ਉਹ ਵੀ ਉਹ ਜਿਹੜੀ ਪਹਿਲੀ ਸਰਕਾਰ ਬਣੀ ਉਹਦੇ ਵਿੱਚ ਵੀ ਉਹ ਮੰਤਰੀ ਸੀ। ਜੀ ਔਰ ਫਿਰ ਉਹ ਜਿਹੜੀ ਕੌਂਸਟੀਚਿਊਂਟ ਅਸੈਂਬਲੀ ਬਣੀ ਉਹਦਾ ਉਹ ਪ੍ਰੈਜ਼ੀਡੈਂਟ ਸੀ। ਜੀ ਫਿਰ ਜਿਹੜਾ ਰਾਜਗੋਪਾਲ ਆਚਾਰੀਆ ਸੀ, ਜੀ ਉਹ ਵੀ ਤੁਹਾਨੂੰ ਪਤਾ ਵੀ ਉਹ ਪਹਿਲਾਂ ਜਿਹੜੀ ਮਦਰਾਸ ਦਾ ਉਹ ਪ੍ਰਾਈਮ ਮਿਨਿਸਟਰ ਸੀ, ਬਾਅਦ ਦੇ ਵਿੱਚ ਉਹ ਬਹੁਤ ਵੱਡਾ ਪੋਲੀਟੀਸ਼ੀਅਨ ਸੀ। ਜੀ ਔਰ ਉਹ ਹੁਣ ਤੁਸੀਂ ਦੇਖੋ ਵੀ ਜਿਉਂ-ਜਿਉਂ ਫਿਰ ਕੌਂਸਟੀਚਿਊਂਟ ਅਸੈਂਬਲੀ ਬਣ ਗਈ, ਮੰਤਰੀ ਮੰਡਲ ਬਣਿਆ, ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਪਹਿਲੇ ਕਾਨੂੰਨ ਮੰਤਰੀ ਬਣੇ। ਜੀ ਇੰਟਰਮ ਗਵਰਨਮੈਂਟ ਦੇ ਵਿੱਚ। ਨਹੀਂ, ਫਿਰ ਤਾਂ ਦੂਸਰੀ ਬਣ ਗਈ ਜੀ। ਜਦ 15 ਅਗਸਤ 1947 ਨੂੰ ਜੀ ਕਲੋਨੀਅਲ ਰੂਲ ਖਤਮ ਹੋ ਗਿਆ, ਜੀ ਭਾਰਤ ਦਾ ਝੰਡਾ ਬਣ ਗਿਆ। ਜੀ ਫਿਰ ਉਹ ਜਿਹੜਾ ਡਾਕਟਰ ਰਜਿੰਦਰ ਪ੍ਰਸਾਦ ਸੀ, ਉਹ ਜਿਹੜੀ ਕੌਂਸਟੀਚਿਊਂਟ ਅਸੈਂਬਲੀ ਉਹਦਾ ਉਹ ਪ੍ਰੈਜ਼ੀਡੈਂਟ ਸੀ। ਜੀ ਰਾਜਗੋਪਾਲ ਆਚਾਰੀਆ ਨੂੰ ਇਹ ਕਿਹਾ ਗਿਆ ਵੀ ਜਿਹੜਾ ਮਾਊਂਟਬੈਟਨ ਆਇਆ ਜੀ ਇਸ ਪ੍ਰੋਸੈਸ ਦੇ ਵਿੱਚ ਉਹ ਪਹਿਲੇ ਤਾਂ ਵਾਇਸਰਾਏ ਸੀ, ਜੀ ਫਿਰ ਉਹਨੇ ਕਿਹਾ ਵੀ ਉਹ ਗਵਰਨਰ ਜਨਰਲ ਬਣ ਜਾਣਾ। ਜੀ ਉਹਦੇ ਜਾਣ ਤੋਂ ਬਾਅਦ ਉਹ ਜਿਹੜੀ ਪੋਸਟ ਆ ਉਹ ਰਾਜਗੋਪਾਲ ਆਚਾਰੀ ਨੂੰ ਮਿਲੀ। ਜੀ ਇਹ ਸੀਗਾ। ਪਰ ਉਹ ਬੜੀ ਤਾਂ ਗੱਲ ਆ ਵੀ ਦੇਖੋ ਇਹ ਜੋ ਕੁਝ ਇਹ ਤਾਂ ਸਮੂਥਲੀ ਨਹੀਂ ਹੋਇਆ, ਜੀ ਕਿਉਂਕਿ ਜਿੰਨੇ ਵੀ ਉਹ ਆਰਟੀਕਲ ਆ, ਹੁਣ ਤੁਸੀਂ ਦੇਖੋ ਬਾਬਾ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ ਵੀ ਮੈਂ ਦੇਸ਼ ਦੇ ਹਿੱਤਾਂ ਨੂੰ ਦੇਖਾਂਗਾ, ਜੀ ਬਹੁਜਨ ਸਮਾਜ ਦੇ ਹਿੱਤਾਂ ਨੂੰ ਦੇਖਾਂਗਾ। ਜੀ ਹੁਣ ਆਪ 370 ਆਰਟੀਕਲ ਬਾਰੇ ਦੇਖੋ ਉਹਨੇ ਸਪਸ਼ਟ ਕਰ ਦਿੱਤਾ ਸੀ, ਜੀ ਕਿਉਂਕਿ ਉਹਨੇ ਕਿਹਾ ਸੀ ਵੀ ਇਹ ਦੇਸ਼ ਦੇ ਹਿੱਤ 'ਚ ਨਹੀਂ। ਜੀ ਉਹ ਜਵਾਹਰ ਲਾਲ ਨਹਿਰੂ ਨੇ ਕਿੱਦਾਂ ਉਹਨੂੰ ਲਿਖਾਇਆ। ਜੀ ਫਿਰ ਹੁਣ ਜਿੱਦਾਂ ਮੋਹਨਦਾਸ ਕਰਮਚੰਦ ਦੀ ਗੱਲ ਹੈਗੀ ਆ ਵੀ ਉਹ ਤਾਂ ਕੋਈ ਚੁਣਿਆ ਨੁਮਾਇੰਦਾ ਹੀ ਨਹੀਂ ਸੀ, ਜੀ ਕਿਉਂਕਿ ਉਹਨੇ ਇੰਨੀ ਦਖਲਅੰਦਾਜ਼ੀ ਕੀਤੀ, ਉਹਨੇ ਹਰੇਕ ਚੀਜ਼ ਤੁਸੀਂ ਦੇਖੋ ਵੀ ਉਹ ਸੰਵਿਧਾਨ ਦੇ ਉਲਟ ਕੀਤੀ। ਜੀ ਉਹਨੂੰ ਬਹੁਜਨ ਸਮਾਜ ਦੇ ਹਿੱਤਾਂ ਦੇ ਵਿਰੁੱਧ ਕੰਮ ਕੀਤਾ। ਜੀ ਫਿਰ ਉਹ ਨਾਰੀ ਜਾਤੀ ਦੇ ਹਿੱਤਾਂ ਦੇ ਵਿਰੁੱਧ ਕੰਮ ਕੀਤਾ। ਜੀ ਫਿਰ ਬੜੀ ਗੱਲ ਆ ਵੀ ਜਦ ਤੁਸੀਂ ਹੁਣ ਦੇਖੋ ਵੀ ਜਦ ਉਹਦੀ ਮੌਤ ਹੋ ਗਈ, ਜੀ ਉਹਦੇ ਨਾਲ ਉਹ ਜਿਹੜਾ ਹਰੀਜਨ ਪੇਪਰ ਕੱਢਦਾ ਸੀ ਉਹ ਵੀ ਬੰਦ ਹੋ ਗਿਆ। ਜੀ ਉਹ ਲਾਸਟ ਇਸ਼ੂ ਸੀ। ਜੀ ਫਿਰ ਜਿਹੜਾ ਉਹਨੂੰ ਹਰੀਜਨ ਨਾਂ ਦਿੱਤਾ ਸੀ ਉਹ ਚੱਲਦਾ ਰਿਹਾ, ਕਿਉਂਕਿ ਉਹ ਕਹਿੰਦਾ ਕਰਕੇ। ਜੀ ਪਰ ਬੜੀ ਗੱਲ ਤਾਂ ਹੈਗੀ ਆ ਵੀ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਦੇਖੋ ਇੰਨੀਆਂ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪਿਆ। 370 ਆਰਟੀਕਲ ਨਹਿਰੂ ਨੇ ਹੋਰ ਕਿਸੇ ਤੋਂ ਲਿਖਾਇਆ। ਜੀ ਫਿਰ ਬਾਅਦ 'ਚ ਖੁਦ ਜਵਾਹਰ ਲਾਲ ਨਹਿਰੂ ਨੇ ਕਿਹਾ ਵੀ ਹੁਣ ਨਾਲ ਹੀ ਲੱਗਦਾ ਆਪਾਂ ਹਿੰਦੂ ਕੋਡ ਬਿੱਲ ਪਾਸ ਕਰਾਉਣਾ। ਜੀ ਉਹ ਬਾਬਾ ਸਾਹਿਬ ਕਹਿੰਦੇ ਵੀ ਪਹਿਲਾਂ ਤਾਂ ਉਹ ਉੱਧਰ ਇਹ ਅਰਚਨਾ ਡਾਉਂਦਾ ਸੀ, ਜੇ ਮੈਂ ਤਿਆਰ ਜੇ ਕਰ ਦਿੱਤਾ ਮਗਰੋਂ ਸਪੋਰਟ ਨਾ ਕੀਤੀ, ਜੀ ਔਰ ਇੱਦਾਂ ਹੀ ਹੋਈ। ਜੀ ਉਹ ਬਾਬਾ ਸਾਹਿਬ ਨੇ ਉਹ ਹਿੰਦੂ ਕੋਡ ਬਿੱਲ ਜਿਹੜਾ ਤਿਆਰ ਕੀਤਾ ਜੀ ਕਰਕੇ ਸਾਹਿਬ ਕਹਿੰਦੇ ਜੀ ਬਹੁਤ ਵਧੀਆ। ਜਦ ਉਹ ਉੱਥੇ ਗਿਆ ਪਾਰਲੀਮੈਂਟ ਦੇ ਵਿੱਚ, ਜੀ ਪ੍ਰੋਟੈਸਟ ਲੱਪੇ ਹੋਂ, ਜੀ ਔਰ ਸਭ ਤੋਂ ਬੈਕਡਾਊਨ ਜਵਾਹਰ ਲਾਲ ਨਹਿਰੂ ਨੇ ਕੀਤਾ। ਜੀ ਹੁਣ ਕਿਹਾ ਜੀ ਵੀ ਨਹੀਂ ਰੌਲਾ ਪੈਂਦਾ, ਨਹੀਂ ਕਰਨਾ। ਜੀ ਔਰ ਉੱਤੇ ਤੁਸੀਂ ਦੇਖੋ ਵੀ ਬਾਬਾ ਸਾਹਿਬ ਨੂੰ ਰਿਜ਼ਾਈਨ ਕਰਨਾ ਪਿਆ, ਜੀ ਕਿਉਂਕਿ ਇਹ ਜਿਹੜਾ ਮਤਲਬ ਜੋ ਕੁਝ ਹੋਇਆ
ਇਹ ਜਾਣਬੁੱਝ ਕੇ ਕੀਤਾ ਗਿਆ ਵੀ ਤਾਂ ਕਿ ਜਾਣੀ ਆਰਐਸਐਸ ਖੁਸ਼ ਰਵੇ, ਜੀ ਕਿਉਂਕਿ ਇਹ ਇੱਕ ਸੰਵਿਧਾਨਿਕ ਸੰਕਟ ਹੈ। ਜੀ ਕਿਉਂਕਿ ਜਦ ਤੁਸੀਂ ਕੋਈ ਚੀਜ਼ ਮੰਨ ਲੈਂਦੇ ਫਿਰ ਤਾਂ ਤੁਹਾਨੂੰ ਡਟਣਾ ਚਾਹੀਦਾ। ਬਿਲਕੁਲ ਸੰਵਿਧਾਨ ਬਣਾਉਣਾ ਹੋਰ ਚੀਜ਼ ਹੈ, ਲਾਗੂ ਕਰਨਾ ਹੋਰ ਚੀਜ਼ ਹੈ। ਜੀ ਸੋ 26 ਜਨਵਰੀ 1950 ਤੱਕ ਇਹ ਘਟਨਾਵਾਂ ਆਈਆਂ। ਇਹ ਘਟਨਾ ਦੇਖੋ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਵੀ ਭਾਰਤ ਇਹ ਇੱਕ ਸੈਕੂਲਰ ਡੈਮੋਕ੍ਰੇਸੀ ਹੈ ਜੀ ਔਰ ਇਹ ਸੋਵਰਨ ਹੈ, ਜੀ ਇਹ ਸੋਸ਼ਲਿਸਟ ਹੈ। ਜੀ ਕਿਉਂਕਿ ਬਾਬਾ ਸਾਹਿਬ ਨੇ ਸਪਸ਼ਟ ਕੀਤਾ ਸੀ ਵੀ ਸੰਵਿਧਾਨ ਜਿਹੜਾ ਆਪਾਂ ਲਾਗੂ ਕਰ ਰਹੇ ਹਾਂ ਸਿਰਫ ਰਾਜਨੀਤਿਕ ਤੌਰ ਤੇ ਬਰਾਬਰ ਹੋ ਰਹੇ ਹੈ, ਜੀ ਸਮਾਜਿਕ ਤੇ ਆਰਥਿਕ ਤੌਰ ਤੇ ਨਹੀਂ। ਨਹੀਂ ਜੀ ਫਿਰ ਬੜੀ ਘਟਨਾ ਵਾਪਰੀ ਵੀ ਉਹ ਜਾਣਬੁੱਝ ਕੇ ਆਰਐਸਐਸ ਨੇ ਜਿਹੜੀ ਬਾਬਰੀ ਮਸਜਿਦ ਸੀ ਆਰਐਸਐਸ ਤੋਂ ਉੱਥੇ ਰਾਮ ਦਾ ਬੁੱਤ ਰਖਾ ਦਿੱਤਾ। ਜੀ ਉਹ ਜੇ ਨਹਿਰੂ ਚਾਹੁੰਦਾ ਉਦੋਂ ਹੀ ਹੱਲ ਹੋ ਸਕਦਾ ਸੀ, ਜੀ ਪਰ ਉਹਨੂੰ ਜਾਣ ਕੇ ਉਹਨੂੰ ਕਿਹਾ ਵੀ ਜਿਹੜਾ ਹਿੰਦੂ ਤਬਕ ਨੂੰ ਖੁਸ਼ ਹੋਣਾ ਚਾਹੀਦਾ। ਜੀ ਇਸ ਕਰਕੇ ਉਦ ਤੱਕ ਦੀਆਂ ਸਾਰੀਆਂ ਇਹ ਘਟਨਾਵਾਂ। ਜੀ ਅੱਛਾ, ਸੰਵਿਧਾਨ ਅਨੁਸਾਰ ਪਹਿਲੀ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀ ਚੋਣ 1952 ਵਿੱਚ ਹੋਈ। ਇਸ ਤੇ ਸੰਖੇਪ ਚਾਨਣਾ ਪਾਓਗੇ? ਦੇਖੋ ਜਿਹੜਾ ਸਥਿਤੀ ਇੱਥੇ ਤੱਕ ਬਦਲ ਪਈ, ਦੇਖੋ ਵੀ ਮੋਹਨਦਾਸ ਕਰਮਚੰਦ ਗਾਂਧੀ ਸਾਰਾ ਉਹਨੂੰ ਸਲਾਹ ਦਿੰਦਾ ਸੀ, ਜੀ ਉਹਦੀ ਤਾਂ ਮੌਤ ਹੋ ਗਈ। ਜੀ ਫਿਰ ਵੱਲਭ ਭਾਈ ਪਟੇਲ ਦੀ ਵੀ 1950 'ਚ ਮੌਤ ਹੋ ਗਈ, ਜੀ ਕਿਉਂਕਿ ਇਹ ਜਿਹੜੇ ਮਤਲਬ ਫਿਰ ਜਿਹੜਾ ਜਵਾਹਰ ਲਾਲ ਨਹਿਰੂ ਹੀ ਸਭ ਕੁਝ ਸੀ। ਜੀ ਔਰ ਇੱਥੇ ਬਹੁਤ ਦੱਸਣਾ ਜ਼ਰੂਰੀ ਆ ਵੀ ਉਹ ਬਿਲਕੁਲ ਇਮਾਨਦਾਰ ਨਹੀਂ ਸੀ। ਜੀ ਕਿਉਂਕਿ ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਰਿਜ਼ਾਈਨ ਕਰ ਦਿੱਤਾ ਸੀ ਜੀ ਕਿ ਹੁਣ ਉਹ ਤਾਂ ਮੰਤਰੀ ਮੰਡਲ 'ਚ ਹੈ ਨਹੀਂ ਸੀ, ਉਹਨਾਂ ਦਾ ਤਾਂ ਸੰਗਠਨ ਹੀ ਵੱਖਰਾ ਸੀ। ਜੀ ਜਾਣੀ ਉਹਨੇ ਇੰਨੀ ਕੈਡ ਰੱਖੀ ਵੀ ਇਹ ਕਿਤੇ ਹੁਣੇ ਲੋਕ ਸਭਾ ਲਈ ਨਾ ਚੋਣ ਹੋ ਜਾਵੇ, ਜੀ ਕਿਉਂਕਿ ਜਿਹੜਾ ਪੂਨਾ ਸਮਝੌਤਾ ਹੋਇਆ ਵੀ ਜੇ ਚੋਣ ਹੋ ਗਿਆ ਇਹਨੇ ਮਤਲਬ ਉੱਤੇ ਹੀ ਅਟੈਕ ਕਰਨਾ ਜੀ ਵੀ ਅਸੀਂ ਜਗਜੀਵਨ ਰਾਮ ਨੂੰ ਮੋਹਰੇ ਲਿਆਂਦਾ ਸੀ ਤਾਂ ਉਹਨਾਂ ਨੂੰ ਲਿਆ ਕੇ ਇਹਨਾਂ ਨੂੰ ਸੰਵਿਧਾਨ ਨੂੰ ਲਾਗੂ ਨਹੀਂ ਹੋਣ ਦੇਣਾ ਜੀ ਵੀ ਇਹ ਲੋਕ ਸਭਾ ਚੁਣਾਉਣ। ਜੀ ਤੁਸੀਂ ਦੇਖੋ ਵੀ 1952 ਦੀ ਚੋਣ ਦੇ ਵਿੱਚ ਬਾਬਾ ਸਾਹਿਬ ਨੇ ਸ਼ਡਿਊਲਡ ਕਾਸਟ ਫੈਡਰੇਸ਼ਨ ਵੱਲੋਂ ਚੋਣ ਲੜੀ। ਜੀ ਪੂਨਾ ਸਮਝੌਤਾ ਰਾਹੀਂ ਉਹਨੇ ਕਜਰੋਲ ਨੂੰ ਖੜਾ ਕਰਕੇ ਬਾਬਾ ਸਾਹਿਬ ਨੂੰ ਹਰਾ ਦਿੱਤਾ। ਜੀ ਫਿਰ ਦੂਸਰੇ ਪਾਸੇ ਤੁਸੀਂ ਦੇਖੋ ਵੀ ਜਦ ਮੁਸਲਮਾਨਾਂ ਨਾਲ ਧੱਕਾ ਹੋਇਆ ਉਹਨਾਂ ਦੀ ਮਸੀਹ 'ਚ ਰਾਮ ਦਾ ਬੁੱਤ ਰੱਖ ਦਿੱਤਾ, ਪਰ ਜਿਹੜਾ ਮੌਲਾਨਾ ਆਜ਼ਾਦ ਸੀ ਜੀ ਉਹ ਕਾਂਗਰਸ ਦੇ ਵਿੱਚ ਸੀ, ਜੀ ਉਹ ਜਾਣੀ ਰਾਮਪੁਰ ਦੀ ਸੀਟ ਹਾਰ ਗਿਆ ਸੀ। ਜੀ ਉਹ ਜਦ ਹਾਰ ਗਿਆ ਤਾਂ ਉਦੋਂ ਆਲ ਇੰਡੀਆ ਰੇਡੀਓ ਹੁੰਦਾ ਸੀ ਜੀ। ਉਹ ਜਦ ਨਹਿਰੂ ਨੂੰ ਪਤਾ ਲੱਗਾ ਵੀ ਇਹ ਹਾਰ ਗਿਆ ਉਹਨੂੰ ਅਫਸਰਾਂ ਨੂੰ ਉਹਨਾਂ ਨੂੰ ਬੁਲਾਇਆ ਜੀ ਵੀ ਉਹ ਕਿੱਦਾਂ ਹਾਰ ਗਿਆ। ਜੀ ਉਹ ਕਹਿੰਦੇ ਜੀ ਵੀ ਵੋਟਾਂ ਘੱਟ ਪਈਆਂ। ਉਹ ਕਹਿੰਦਾ ਇਹ ਰਿਜ਼ਲਟ ਬਦਲੋ। ਅਨਾਉਂਸ ਕਰਨ ਦੇ ਬਾਅਦ ਜੀ ਉਹਨੇ ਕਿਹਾ ਵੀ ਉਹ ਜਿੱਤਣਾ ਚਾਹੀਦਾ। ਜੀ ਹੁਣ ਉਹ ਤੁਸੀਂ ਦੇਖੋ ਵੀ ਬਾਅਦ ਦੇ ਵਿੱਚ ਜੋ ਲਿਖਤਾਂ ਮਿਲਦੀਆਂ ਜਾਣੀ ਉਹਨੀ ਅਫਸਰਾਂ ਨੂੰ ਨਹਿਰੂ ਨੇ ਕਿਹਾ ਵੀ ਜ਼ਰੂਰ ਜਿਤਾਓ ਨਹੀਂ ਤੁਹਾਨੂੰ ਸੈਕ ਕਰ। ਜੀ ਉਹ ਜਾਣੀ ਮੌਲਾਨਾ ਆਜ਼ਾਦ ਨੂੰ ਜਿਤਾਇਆ। ਜੀ ਹੁਣ ਉਹ ਤੁਸੀਂ ਦੇਖੋ ਵੀ ਜਦ ਪ੍ਰਾਈਮ ਮਿਨਿਸਟਰ ਇਦਾਂ ਦੇ ਕੰਮ ਕਰਦਾ ਤਾਂ ਫਿਰ ਉਹ ਲੋਕਤੰਤਰ ਚੱਲ ਕਿੱਦਾਂ ਸਕਦਾ। ਜੀ ਫਿਰ ਉਹ ਦੇਖੋ ਜਿਹੜਾ ਬਹੁਜਨ ਸਮਾਜ ਉਹ ਵਿਰੋਧੀ ਸੀਗਾ, ਉਹ ਰਾਖਵਾਂ ਕਰਨ ਨੂੰ ਨਹੀਂ ਸੀ ਲਾਗੂ ਹੋਣ ਦਿੰਦਾ। ਜੀ ਫਿਰ ਹੁਣ ਤੁਸੀਂ ਦੇਖੋ ਵੀ ਜਿਹੜੀ ਲੋਕ ਸਭਾ ਹੁੰਦੀ ਆ ਉਹ ਚੱਲੋ ਵੀ 22.5% ਤਾਂ ਰਿਜ਼ਰਵ ਸੀਟਾਂ ਆ। ਜੀ ਸ਼ਡਿਊਲਡ ਕਾਸਟ ਤਾਂ ਸ਼ਡਿਊਲਡ ਟ੍ਰਾਈਬ ਦੀਆਂ, ਹੋਰ ਤਾਂ ਰਿਜ਼ਰਵ ਹੈ ਹੀ ਨਹੀਂ। ਜੀ ਉਹਨੇ ਜਾਣੀ ਜਿਹੜੇ ਪਾਪੂਲੇਸ਼ਨ ਆ ਬ੍ਰਾਹਮਣਾਂ ਦੀ ਉਹ ਤਾਂ 5 ਤੋਂ 10% ਹੈ ਇੰਡੀਆ 'ਚ। ਜੀ ਉਹਨੇ 50% ਬ੍ਰਾਹਮਣਾਂ ਨੂੰ ਟਿਕਟ ਦਿੱਤੇ। ਜੀ ਤੁਸੀਂ ਦੇਖੋ ਵੀ ਜਦ ਬ੍ਰਾਹਮਣ ਆਉਣਗੇ ਤਾਂ ਉਹਨੀ ਤਾਂ ਫਿਰ ਆਪਣੇ ਹਿਸਾਬ ਨਾਲ ਕੰਮ ਕਰਨਾ। ਬਿਲਕੁਲ। ਔਰ ਫਿਰ ਉਹ ਜਿਹੜੇ SC ST ਸੀ ਉਹ ਤਾਂ ਸਟੂਜਸ ਸੀਗੇ। ਜੀ ਜਾਣੀ ਇਸ ਕਰਕੇ ਉਹ ਜਾਣੀ ਰੁਕਾਵਟ ਹੁੰਦੀ ਰਹੀ। ਫਿਰ ਉਹ ਤੁਸੀਂ ਦੇਖੋ ਵੀ ਉਦੋਂ ਹੀ ਗੱਲ ਚੱਲੀ ਵੀ ਦੇਖੋ ਜਿਹੜਾ ਰਾਖਵਾਂਕਰਨ ਜੌਬਾਂ ਦੇ ਵਿੱਚ ਹੈਗਾ ਆ, ਐਜੂਕੇਸ਼ਨ ਆ ਵੀ ਇਹਦਾ ਫਾਇਦਾ ਹੁੰਦਾ ਜੀ ਵੀ ਪਿਛੜੇ ਵਰਗਾਂ ਨੂੰ ਵੀ ਮਿਲੇ। ਜੀ ਉਹ ਕਾਕਾ ਕਲੇਲਕਰ ਕਮਿਸ਼ਨ ਉਹਨੂੰ ਅਪਾਇੰਟ ਤਾਂ ਕਰ ਦਿੱਤਾ ਪਰ ਉਹਦੀ ਉਹਨੂੰ ਉਹ ਮੰਨੀ ਨਹੀਂ ਹੈਗੀ। ਜੀ ਫਿਰ ਉਹ ਦੇਖੋ ਵੀ ਵੱਡੀ ਤਾਂ ਗੱਲ ਇਹ ਹੈਗੀ ਆ ਵੀ 1954 ਦੇ ਵਿੱਚ ਸੀਟ ਖਾਲੀ ਹੋਈ। ਬਾਬਾ ਸਾਹਿਬ ਨੇ ਕੋਸ਼ਿਸ਼ ਕੀਤੀ ਵੀ ਮੈਂ ਇਹ ਤੋਂ ਲੋਕ ਸਭਾ ਚਲ ਜਾਵਾਂ। ਜੀ ਉਹਨੂੰ ਉਹ ਵੀ ਉਹ ਬੋਰਕਰ ਨੂੰ ਖੜਾ ਕਰਕੇ ਹਰਾ ਦਿੱਤਾ। ਜੀ ਤਾਂ ਉਸ ਵੇਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਵੀ ਕਾਂਗਰਸ ਇੱਕ ਜਲਤਾ ਹੁਆ ਮਹਲ ਹੈ। ਜੀ ਉਹਨੇ ਕਿਹਾ ਵੀ ਜੋ ਕੁਝ ਹੋ ਰਿਹਾ ਇਹ ਲੋਕ ਇਹਦੀ ਜਾਣ ਕਰਾਉਣਗੇ। ਜੀ ਪਰ ਬੜੇ ਦੁੱਖ ਦੀ ਗੱਲ ਆ ਵੀ ਜਾਣੀ ਬਾਬਾ ਸਾਹਿਬ ਡਾਕਟਰ ਅੰਬੇਡਕਰ 6 ਦਸੰਬਰ 1956 ਨੂੰ ਉਹਨਾਂ ਦਾ ਪਰਿਨਿਰਵਾਣ ਹੋ ਗਿਆ। ਪਰ ਉਹ ਸਰਕਾਰ ਨੂੰ ਲਿਖ ਕੇ ਗਏ ਵੀ ਇਹ ਜਿਹੜਾ ਪੋਲੀਟੀਕਲ ਰਿਜ਼ਰਵੇਸ਼ਨ ਹੈ ਖਤਮ ਹੋਣੀ ਚਾਹੀਦੀ ਹੈ, ਜੀ ਕਿਉਂਕਿ ਜਿਹੜਾ ਸਟੂਜਸ ਆ ਰਿਹਾ ਆ ਇਹਨਾਂ ਲੋਕਾਂ ਦਾ ਨੁਕਸਾਨ ਕਰਨਾ ਜਿਹੜਾ ਲਗਾਤਾਰ ਹੋ ਰਿਹਾ। ਹਾਂਜੀ। ਅੱਛਾ, 1957 ਦੀਆਂ ਚੋਣਾਂ ਵਿੱਚ
ਕੀ ਤਬਦੀਲੀ ਆਈ, ਇਹਦੇ ਬਾਰੇ ਦੱਸੋਗੇ? ਦੇਖੋ ਉਹਦੇ ਕਾਲ ਦੇ ਵਿੱਚ ਦੂਸਰੀ ਚੋਣ ਸੀ ਜੀ ਕਿਉਂਕਿ ਉਹ ਫਿਰ ਦੇਖੋ ਵੀ ਇਹ ਦੱਸਣਾ ਜ਼ਰੂਰੀ ਆ ਵੀ ਜਿਹੜੀ ਪਹਿਲੀ ਚੋਣ ਹੋਈ ਸੀ ਜੀ ਉਹਦੇ ਵਿੱਚ ਕਾਂਗਰਸ ਸਾਰੇ ਇੰਡੀਆ ਜਿੱਤ ਗਈ ਸੀ 52 ਚ, ਜੀ ਪਰ ਇੱਕ ਸਟੇਟ ਪੈਪਸੂ ਬਣੀ ਸੀ, ਜੀ ਉਹ ਜਾਣੀ ਉੱਥੋਂ ਅਕਾਲੀ ਦਲ ਜਿੱਤ ਗਿਆ ਸੀ। ਜੀ ਉਹ ਜਦ ਜਿੱਤ ਗਿਆ ਉਹਨੇ ਕਿਹਾ ਵੀ ਇਹ ਤਾਂ ਜਿੱਤਣੇ ਨਹੀਂ ਚਾਹੀਦੇ। ਜੀ ਉਹਨੇ ਕਿਹਾ ਵੀ ਹੁਣ ਹੀ ਇਹ ਜਿਹੜੀ ਇਹ ਪੈਪਸੂ ਨੂੰ ਤੋੜ ਕੇ ਪੰਜਾਬ 'ਚ ਮਿਲਾਓ। ਜੀ ਜਾਣੀ ਫਿਰ ਜਿਹੜੀ 57 ਦੀ ਚੋਣ ਹੋਈ ਆ ਫਿਰ ਪੈਪਸੂ ਨਹੀਂ ਸੀ, ਫਿਰ ਸਾਰਾ ਪੰਜਾਬ ਸੀ। ਜੀ ਪਰ ਉਹ ਤੁਸੀਂ ਦੇਖੋ ਵੀ ਉਹਦੇ ਵਿੱਚ ਵੀ ਜਾਣੀ ਉਹਨੂੰ ਉਦਾਂ ਹੀ ਟਿਕਟਾਂ ਦਿੱਤੀਆਂ ਜੀ ਵੀ ਜਿਹੜੇ ਬ੍ਰਾਹਮਣਾਂ ਨੂੰ ਇੰਨੀਆਂ ਟਿਕਟਾਂ, ਜਿਹੜੇ SC ST ਆ ਉਹਨੂੰ ਕਿਹਾ ਵੀ ਉਹ ਤਾਂ ਅਸੀਂ ਆਪੇ ਜਿਤਾਉਣੇ ਆ ਜਿਹੜੇ ਜਿਤਾਉਣੇ ਆ। ਔਰ ST ਦੇ ਵਿੱਚ ਤਾਂ ਵਿੱਦਿਆ ਹੀ ਨਹੀਂ ਸੀ ਜੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ, ਕਿਉਂਕਿ ਬਹੁਤ ਘੱਟ ਪੜ੍ਹੇ ਹੋਏ ਸੀ। ਜਿਹੜੇ SC ਸੀ ਉਹ ਜਗਜੀਵਨ ਰਾਮ ਕਰਕੇ ਜਾਣੀ ਮਤਲਬ ਹੈ ਇਸ ਕਰਕੇ। ਪਰ ਵੱਡੀ ਗੱਲ ਆ ਵੀ 1957 ਦੇ ਵਿੱਚ ਇੱਕ ਘਟਨਾ ਵਾਪਰੀ ਵੀ ਜਿਹੜੀ ਕੇਰਲਾ ਆ ਜੀ ਉੱਥੋਂ ਕਮਿਊਨਿਸਟ ਪਾਰਟੀ ਜਿੱਤ ਗਈ। ਜੀ ਜਾਣੀ ਉਹ ਬੜਾ ਹੈਰਾਨ ਹੋ ਗਿਆ ਵੀ ਕਮਿਊਨਿਸਟ ਵੀ ਜਿੱਤਣੇ ਨਹੀਂ ਚਾਹੀਦੇ, ਜੀ ਵੀ ਇਹ ਵੀ ਮਾੜੀ ਗੱਲ ਹੈ। ਜੀ ਪਰ ਹੁਣ ਤੁਸੀਂ ਦੇਖੋ ਵੀ 1957 ਦੀਆਂ ਜਦ ਚੋਣਾਂ ਹੋਈਆਂ ਉਹ ਆਪ ਪ੍ਰਾਈਮ ਮਿਨਿਸਟਰ ਸੀ, ਇੰਦਰਾ ਨੂੰ ਉਹਨੇ ਬਣਾਇਆ ਸੀਗਾ ਕਾਂਗਰਸੀ ਪ੍ਰਧਾਨ। ਜੀ ਪਰ ਬੜੀ ਗੱਲ ਆ ਵੀ ਕਿਸੇ ਵੀ ਦੇਖੋ ਜਿਹੜੀ ਜਦ ਕੋਈ ਸਟੇਟ ਦੇ ਵਿੱਚ ਕੋਈ ਪਾਰਟੀ ਜਿੱਤ ਜਾਂਦੀ ਹੈ, ਉੱਥੇ ਦਾ ਮੁੱਖ ਮੰਤਰੀ ਨੰਬੂਦਰੀਪਾਲ ਬਣਿਆ ਸੀ, ਤਾਂ ਉਹਨੂੰ ਮਤਲਬ ਜੇ ਕੋਈ ਨੁਕਸ ਪੈਂਦਾ ਤਾਂ ਆਰਟੀਕਲ 355 ਆ ਪਹਿਲਾਂ, ਜੀ ਹੁਣ 356 ਕਰਕੇ ਉਹ ਸਰਕਾਰੇ ਤੋੜ ਦਿੱਤੀ। ਜੀ ਦੇਖੋ ਇਹ ਕਿੰਨੀ ਮਾੜੀ ਗੱਲ ਹੈ। ਜਾਣੀ ਦੇਖੋ ਲੋਕਤੰਤਰ ਦਾ ਮਤਲਬ ਹੈ ਵੀ ਆਪੋਜੀਸ਼ਨ ਨੂੰ ਸੁਣਨਾ, ਜੀ ਪਰ ਉਹ ਨਹਿਰੂ ਨਹੀਂ ਸੀ ਸੁਣਦਾ ਜੀ ਕਿਉਂਕਿ ਇਸ ਕਰਕੇ ਜਿਹੜਾ ਉਹ ਆਪਣੇ ਤਰੀਕੇ ਨਾਲ ਇੱਕ ਸੰਕਟ ਪੈਦਾ ਕਰ ਰਿਹਾ ਸੀ। ਜੀ ਉਹ ਕਰ ਰਿਹਾ ਸੀਗਾ ਸਾਰਾ ਉਹ RSS ਦੇ ਕਹੇ ਤੇ, ਜੀ ਕਿਉਂਕਿ RSS ਵੀ ਚਾਹੁੰਦੀ ਸੀ ਵੀ ਸਮਾਜਿਕ ਬਰਾਬਰੀ ਨਹੀਂ ਚਾਹੀਦੀ, ਜੀ ਆਰਥਿਕ ਬਰਾਬਰੀ ਨਹੀਂ ਚਾਹੀਦੀ, ਜੀ ਵੀ ਜਿਨ੍ਹਾਂ ਨੂੰ ਕੋਲ ਲੋਕਾਂ ਕੋਲ ਪੈਸਾ ਉੱਥੇ ਹੀ ਰਹਿਣਾ ਚਾਹੀਦਾ। ਜੀ ਇਸ ਕਰਕੇ ਜਾਣੀ ਇਦਾਂ ਦਾ ਉਹ ਸਭ ਹੋ ਰਿਹਾ ਸੀ। ਹਾਂਜੀ ਅੱਛਾ, ਜਵਾਹਰ ਲਾਲ ਨਹਿਰੂ ਦੀ ਮੌਤ 1964 ਵਿੱਚ ਹੋਈ, ਹਾਂਜੀ ਸਥਿਤੀ ਕਿਸ ਤਰ੍ਹਾਂ ਬਦਲੀ? ਦੇਖੋ ਜਿਹੜੀ ਸਥਿਤੀ ਜੇ ਆਪਾਂ ਦੇਖਦੇ ਹਾਂ ਵੀ ਜਿਹੜਾ ਸੰਵਿਧਾਨ ਨੂੰ ਉਹ ਜਿੱਥੇ ਸੰਵਿਧਾਨ ਨੂੰ ਵਰਤਣਾ ਸੀ ਉੱਥੇ ਹੋਰ ਤਰ੍ਹਾਂ ਵਰਤਦਾ ਸੀ, ਕਿਉਂਕਿ ਜਿਹੜਾ ਸੰਵਿਧਾਨ ਕਰਕੇ ਹੀ ਜਿਹੜੇ ਰਾਜੇ ਭਾਰਤ ਨਾਲ ਮਿਲੇ ਸੀ। ਜੀ ਕਿਉਂਕਿ ਰਾਜੇ ਦੇਖ ਲਓ 550 ਤੋਂ ਉੱਪਰ ਰਾਜੇ ਸੀ, ਠੀਕ ਹੈ। ਜਾਣੀ ਉਹਨਾਂ ਨੂੰ ਕਿਹਾ ਗਿਆ ਸੀ ਵੀ ਜਿਹੜਾ ਸਾਡਾ ਸੰਵਿਧਾਨ ਸੈਕੂਲਰ ਹੈ, ਜੀ ਤੁਹਾਡਾ ਕੋਈ ਵੀ ਧਰਮ ਹੈ ਕੋਈ ਦਖਲ ਨਾ ਹੋਊਗਾ। ਜੀ ਉਹ ਰਾਜੇ ਸ਼ਾਮਲ ਹੋ ਗਏ। ਜੀ ਫਿਰ ਤੁਸੀਂ ਦੇਖੋ ਵੀ ਜਿਹੜਾ ਭਾਰਤ ਦੇ ਵਿੱਚ ਜਿਹੜਾ ਪੌਂਡੀਚੇਰੀ ਸੀ ਉੱਥੇ ਫਰਾਂਸ ਦਾ ਰੂਸ ਸੀ, ਜੀ ਤੇ ਗੋਆ ਦੇ ਵਿੱਚ ਸੀਗਾ ਪੁਰਤਗਾਲ ਦਾ। ਹਾਂਜੀ ਉਹਨਾਂ ਨੂੰ ਜਾਣੀ ਸਰਕਾਰ ਨੇ ਕਿਹਾ ਵੀ ਤੁਸੀਂ ਇਹ ਸਾਡੇ ਇਲਾਕੇ ਦੇ ਦਿਓ। ਜੀ ਉਹਨਾਂ ਨੂੰ ਵੀ ਇਹ ਕਿਹਾ ਗਿਆ ਵੀ ਸੰਵਿਧਾਨ ਦੇਖੋ ਵੀ ਅਸੀਂ ਬਰਾਬਰਤਾ ਦੇ ਰਹੇ ਹਾਂ। ਜੀ ਤਦੇ ਹੀ ਜਾਣੀ ਉਹ ਸੰਵਿਧਾਨ ਕਰਕੇ ਪਾਂਡੇਚੇਰੀ ਵੀ ਮਿਲ ਗਏ, ਗੋਆ ਵੀ ਮਿਲ ਗਿਆ। ਪਰ ਬੜੀ ਤਾਂ ਗੱਲ ਆ ਵੀ ਉਹ ਜਿਹੜੇ ਰਾਜੇ ਜਵਾਹਰ ਲਾਲ ਨਹਿਰੂ ਨੇ ਨਾਲ ਰਲਾਏ, ਉਹਨਾਂ ਨੂੰ ਰਲਾਇਆ ਤਾਂ ਸੀਗਾ ਵੀ ਉਹ ਸੈਕੂਲਰ ਆ, ਜੀ ਪਰ ਉਹਨਾਂ ਨੂੰ ਕਿਹਾ ਵੀ ਜੋ ਕੋ ਤੁਹਾਡੇ ਕੋਲ ਪੈਸਾ ਸੇਫ ਰਹੂਗਾ, ਜੀ ਨਾਲ ਸ਼ਰਤ ਲਾਏ ਵੀ ਤੁਸੀਂ ਕਾਂਗਰਸ ਜੁਆਇਨ ਕਰੋ। ਜੀ ਹੁਣ ਤੁਸੀਂ ਦੇਖੋ ਵੀ ਜੇ ਉਹ ਲੋਕ ਜਿਹੜੇ ਆ ਇਹ, ਪਰ ਉਹ ਸਭ ਤੋਂ ਜ਼ਿਆਦਾ ਧੱਕਾ SC ST ਨਾ ਹੋਇਆ ਜੀ ਕਿਉਂਕਿ ਉਹਨਾਂ ਦੇ ਤਾਂ ਸਰੂਜਸ ਸੀਗੇ। ਜੀ ਇਸ ਕਰਕੇ ਜਾਣੀ ਜਿਹੜਾ ਪਰ ਵੱਡੀ ਤਾਂ ਗੱਲ ਆ ਵੀ 1962 ਦੇ ਵਿੱਚ ਚੀਨ ਨੇ ਹਮਲਾ ਕਰ ਦਿੱਤਾ, ਜੀ ਕਿਉਂਕਿ ਇਹ ਤਾਂ ਸਰਕਾਰ ਦਾ ਕੰਮ ਹੁੰਦਾ ਵੀ ਡਿਫੈਂਸ ਨੂੰ ਤਕੜੀ ਕਰੇ, ਜੀ ਪਰ ਉਹ ਚੀਨ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ। ਜੀ ਔਰ ਦੂਸਰੇ ਪਾਸੇ ਕਸ਼ਮੀਰ ਦੀ ਜਿਹੜੀ ਸਮੱਸਿਆ ਉਹਦੀ ਆਪਣੀ ਕ੍ਰੀਏਟ ਕੀਤੀ ਹੋਈ ਸੀ, ਜੀ ਤਾਂ 1964 'ਚ ਉਹਦੀ ਮੌਤ ਹੋ ਗਈ। ਹਾਂਜੀ ਅੱਛਾ, ਲਾਲ ਬਹਾਦਰ ਸ਼ਾਸਤਰੀ ਦਾ ਕਾਰਜਕਾਲ ਕਿਹੋ ਜਿਹਾ ਸੀ? ਦੇਖੋ ਜੀ ਜਿਸ ਵੇਲੇ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਜੀ ਤਾਂ ਉਸ ਵੇਲੇ ਜਿਹੜਾ ਕਾਮਰਾਜ ਸੀਗਾ ਜਾਣੀ ਕਾਂਗਰਸ ਦਾ ਪ੍ਰਧਾਨ, ਜੀ ਉਹਨੇ ਦੇਖਿਆ ਵੀ ਕਿ ਇਹਨੂੰ ਬਣਾਇਆ ਜਾਵੇ। ਪਰ ਉਹ ਜਦ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਗਈ ਤਾਂ ਉਹਨਾਂ ਨੂੰ ਇੱਕ ਕਾਰਜਕਾਰੀ ਪ੍ਰਾਈਮ ਮਿਨਿਸਟਰ ਬਣਾਉਣਾ ਪਿਆ ਸੀ, ਜੀ ਉਹ ਸੀ ਗੁਲਜ਼ਾਰੀ ਲਾਲ ਨੰਦਾ। ਹਾਂਜੀ ਜਦ ਉਹਨੂੰ ਬਣਾਇਆ ਤਾਂ ਉਹ ਫਿਰ ਬਾਅਦ ਦੇ ਵਿੱਚ ਲਾਪੇ ਕਰਨ ਵੀ ਇਹਨੂੰ ਪੱਕਾ ਨਹੀਂ ਕਰਨਾ ਚਾਹੀਦਾ, ਜੀ ਫਿਰ ਟਸਲ ਚੱਲ ਪਈ। ਫਿਰ ਕਈ ਚਾਹੁੰਦੇ ਸੀ ਵੀ ਹੁਣੇ ਇੰਦਰਾ ਗਾਂਧੀ ਨੂੰ ਬਣਾ ਦਿਓ, ਜੀ ਪਰ ਉਹ ਕਈ ਬੰਦਿਆਂ ਨੇ ਕਿਹਾ ਵੀ ਇਹ ਨਹੀਂ ਵੀ ਹੋਰ ਵੀ ਕੋਈ ਬੰਦਾ ਚਾਹੀਦਾ। ਤਾਂ ਫਿਰ ਉਹ ਲਾਲ ਬਹਾਦਰ ਸ਼ਾਸਤਰੀ ਜਿਹੜਾ ਉਹ ਵੀ ਉੱਤਰ ਪ੍ਰਦੇਸ਼ ਤੋਂ ਹੀ ਸੀ, ਜੀ ਜਾਣੀ ਉਹਨੇ ਕਿਹਾ ਵੀ ਸਰਬਸੰਮਤੀ ਨਾਲ ਇਹਨੂੰ ਬਣਾ ਦਿਓ, ਜੀ ਤੇ ਫਿਰ ਉਹ ਪ੍ਰਾਈਮ ਮਿਨਿਸਟਰ ਬਣੇ ਜਾਣੀ।
ਜੀ ਹੁਣ ਉਹ ਤੁਸੀਂ ਦੇਖੋ ਵੀ ਉਹਦੇ ਬਾਰੇ ਵੀ ਤੁਸੀਂ ਦੇਖਣਾ ਬਣਦਾ ਹੈਗਾ ਵੀ ਉਹ ਇਮਾਨਦਾਰ ਬੰਦੇ ਸੀ। ਜੀ ਉਹਨੇ ਜਾਣੀ ਜਿੰਨੀ ਦੇਰ ਉਹ ਸ਼ਾਸਨ ਚਲਾਇਆ, ਕਿਉਂਕਿ ਉਹ ਤਾਨਾਸ਼ਾਹ ਨਹੀਂ ਸੀ, ਜੀ ਪਰ ਉਹ 'ਤੇ ਵੀ ਉਹਨੇ ਉਦੋਂ ਹੀ ਕੰਡੀਸ਼ਨ ਲਾਤੀ ਵੀ ਇੰਦਰਾ ਗਾਂਧੀ ਨੂੰ ਹੁਣੇ ਹੀ ਮੰਤਰੀ ਬਣਾ, ਜੀ ਕਿਉਂਕਿ ਉੱਥੇ ਸੰਵਿਧਾਨ ਦੇ ਵਿੱਚ ਇਹ ਆ ਵੀ ਜੇ ਤੁਸੀਂ ਮੰਤਰੀ ਬਣਾਉਣਾ ਤਾਂ ਲੋਕ ਸਭਾ ਦਾ ਮੈਂਬਰ ਹੋਣਾ ਚਾਹੀਦਾ ਜਾਂ ਰਾਜ ਸਭਾ ਦਾ। ਜੀ ਉਹ ਲੋਕ ਸਭਾ ਦੀ ਮੈਂਬਰ ਨਹੀਂ ਸੀ, ਜੀ ਉਹ ਰਾਜ ਸਭਾ ਦੀ ਸੀ, ਜੀ। ਪਰ ਫਿਰ ਵੀ ਉਹਨੂੰ ਮੰਤਰੀ ਮੰਡਲ 'ਚ ਰੱਖਿਆ ਗਿਆ। ਜੀ ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਵੱਡੀ ਗੱਲ ਇਹ ਆ ਵੀ ਉਹਦੇ ਟਾਈਮ 'ਚ ਪਾਕਿਸਤਾਨ ਨਾਲ ਲੜਾਈ ਹੋਈ ਜੀ ਔਰ ਉਹਦੇ ਵਿੱਚ ਇੰਡੀਆ ਦੀ ਜਿੱਤ ਹੋਈ, ਜੀ ਪਰ ਉਹ ਤੁਸੀਂ ਦੇਖੋ ਵੀ ਉਹ ਗੱਲਬਾਤ ਕਰਨ ਲਈ ਤਾਸ਼ਕੰਦ ਗਿਆ ਸੀ, ਹੂੰ, ਤਾਂ 11 ਜਨਵਰੀ 1966 ਨੂੰ ਉਹਦੀ ਉੱਥੇ ਹੀ ਮੌਤ ਹੋਈ। ਜੀ ਅੱਛਾ 19 ਜਨਵਰੀ 1966 ਤੋਂ ਇੰਦਰਾ ਗਾਂਧੀ 1977 ਤੱਕ ਉਸ ਦਾ ਪਹਿਲਾ ਦੌਰ ਜਿਹੜਾ ਆ ਹਾਂਜੀ। ਉਹ ਕਿਹੋ ਜਿਹਾ ਸੀ? ਉਹ ਦੇਖੋ ਜਿਹੜੀ ਇੰਦਰਾ ਗਾਂਧੀ ਸੀਗੀ ਉਹ ਜਵਾਹਰ ਲਾਲ ਨਹਿਰੂ ਦੇ ਨਾਲ ਫਿਰਦੀ ਕਰਕੇ ਉਹਨੂੰ ਤਜਰਬਾ ਸੀਗਾ, ਜੀ ਪਰ ਬੜੀ ਗੱਲ ਆ ਵੀ ਉਹਦਾ ਜਿਹੜਾ ਰਵੱਈਆ ਸੀ ਉਹ ਤਾਨਾਸ਼ਾਹੀ ਸੀ। ਜੀ ਉਦੋਂ ਵੀ ਉਹ ਜਿਹੜਾ ਮਤਲਬ ਤੁਹਾਨੂੰ ਪਤਾ ਵੀ ਕਈ ਵਾਰੀ ਟਾਈਮ ਦੀ ਘਾਟ ਹੁੰਦੀ ਹੈ, ਜਿਸ ਵੇਲੇ ਲਾਲ ਬਹਾਦਰ ਸ਼ਾਸਤਰੀ ਦੀ ਡੈਥ ਹੋ ਗਈ ਸੀ ਜੀ ਉਦੋਂ ਜਾਣੀ ਮਤਲਬ ਦੋ ਧੜੇ ਬਣ ਗਏ ਸੀ। ਜੀ ਜਾਣੀ ਉਹ ਕਹਿੰਦੇ ਸੀਗੇ ਵੀ ਇਹਨੂੰ ਨਹੀਂ ਬਣਾਉਣਾ ਚਾਹੀਦਾ ਹੈ, ਵੀ ਹੋਰ ਬਹੁਤ ਸੀਨੀਅਰ ਲੋਕ ਹੈ, ਜੀ ਪਰ ਉਹ ਇੰਦਰਾ ਗਾਂਧੀ ਨੇ ਕਿਹਾ ਵੀ ਮੈਂ ਤਾਂ ਜ਼ਰੂਰ ਬਣਨਾ। ਫਿਰ ਉਹ ਜਿਹੜੀ ਪਾਰਲੀਮੈਂਟਰੀ ਪਾਰਟੀ ਹੁੰਦੀ ਹੈ ਜੀ ਉਹ ਫੈਸਲਾ ਕਰਦੀ ਹੈ। ਜੀ ਫਿਰ ਉਹ ਜਾਣੀ ਮੁਰਾਰਜੀ ਦੇਸਾਈ ਤਾਂ ਇਹਦਾ ਫਿਰ ਚੋਂ ਮੁਕਾਬਲਾ ਹੋਇਆ, ਜੀ ਫਿਰ ਉਹ ਇੰਦਰਾ ਗਾਂਧੀ ਜਿੱਤ ਗਈ। ਜੀ ਜਿੱਤ ਕੇ ਜਾਣੀ ਉਹ ਮੁਰਾਰਜੀ ਦੇਸਾਈ ਫਿਰ ਹਾਰ ਗਿਆ। ਔਰ ਫਿਰ ਬਾਅਦ ਤੇ ਤੁਸੀਂ ਦੇਖੋ ਵੀ ਜਿਹੜੀ ਲੋਕਤੰਤਰ ਆ, ਜੇ ਤੁਸੀਂ ਸੰਵਿਧਾਨ ਨੂੰ ਚਲਾਉਣੇ ਆ ਤਾਂ ਪਹਿਲਾਂ ਪਾਰਟੀ 'ਚ ਲੋਕਤੰਤਰ ਚਾਹੀਦਾ, ਜੀ ਪਰ ਉਹ ਇਦਾਂ ਨਹੀਂ ਸੀ ਕਰਦੀ, ਜੀ ਕਿਉਂਕਿ ਉਹਨੂੰ ਇਹ ਸਭ ਤੋਂ ਤਾਂ ਇਹ ਸੀਗਾ ਮਾਣ ਵੀ ਜਿਹੜਾ ਗਾਂਧੀ ਨੇ ਪੂਨਾ ਸਮਝੌਤਾ ਕੀਤਾ ਹੈ ਵੀ ਇਹ ਜਾਰੀ ਰਹਿਣਾ ਚਾਹੀਦਾ, ਜੀ ਵੀ ਜਗਜੀਵਨ ਰਾਮ ਬਹੁਤ ਵਧੀਆ ਕੰਮ ਕਰ ਰਿਹਾ। ਜੀ ਉਹਨੂੰ ਪਤਾ ਵੀ ਉਹ ਤਾਂ ਕੁਝ ਚਾਹੁੰਦਾ ਹੀ ਨਹੀਂ ਸੀ। ਫਿਰ ਉਹ ਬਾਕੀ ਤੁਸੀਂ ਦੇਖੋ ਵੀ ਹੋਰ ਵੀ ਉਹ ਜੋ ਕੁਝ ਕਰਦੇ ਸੀ ਆਪਣੇ ਤਰੀਕੇ ਦੇ ਨਾਲ ਹੀ ਕਰਦੇ ਸੀ, ਪਰ ਉਸ ਦੇ ਟਾਈਮ ਦੇ ਵਿੱਚ 1969 ਦੇ ਵਿੱਚ ਰਾਸ਼ਟਰਪਤੀ ਬਣਾਉਣਾ ਸੀ। ਜੀ ਉਹ ਜਾਣੀ ਜਿਹੜੇ ਮੁਰਾਰਜੀ ਦੇਸਾਈ ਹੁਣੀ ਕਹਿੰਦੇ ਸੀ ਵੀ ਸੰਜੀਵਾ ਰੈਡੀ ਨੂੰ ਬਣਾਓ, ਜੀ ਉਹ ਕਹਿੰਦੀ ਵੀ ਨਹੀਂ ਜਿਹੜਾ ਬੀਬੀ ਗੇਰੀ ਨੂੰ ਬਣਾਉਣਾ। ਜੀ ਉਹਨੇ ਜਾਣੀ ਪਾਸ ਕਰ ਲਿਆ ਜਿੱਦਾਂ ਆਫੀਸ਼ੀਅਲੀ ਵੀ ਅਸੀਂ ਉਹਨੂੰ ਬਣਾਉਣਾ, ਉਹ ਕਹਿੰਦੀ ਫਿਰ ਮੈਂ ਤਾਂ ਸਪੋਰਟ ਨਹੀਂ ਕਰਨੀ, ਜੀ ਵੀ ਮੈਂ ਤਾਂ ਬੀਬੀ ਗੇਰੀ ਨੂੰ ਕਰਨਾ। ਜੀ ਹੁਣ ਤੁਸੀਂ ਦੇਖੋ ਵੀ ਪ੍ਰਾਈਮ ਮਿਨਿਸਟਰ ਕਾਂਗਰਸ ਦੀ ਔਰ ਜਿਹੜਾ ਕੈਂਡੀਡੇਟ ਪ੍ਰੈਜ਼ੀਡੈਂਟ ਦਾ ਉਹ, ਕਿਉਂਕਿ ਉਹਨ ਕਿਹਾ ਵੀ ਜੇ ਉਹ ਬਣ ਗਿਆ ਤਾਂ ਕਿਤੇ ਮੈਨੂੰ ਨਾ ਤੰਗ ਕਰੇ, ਜੀ ਉਹ ਜਾਣੀ ਉਹਨ ਕਿਹਾ ਵੀ ਮੈਂ ਕਾਂਗਰਸੀਆਂ ਨੂੰ ਕਹਿਣਾ ਨਹੀਂ, ਤਾਂ ਫਿਰ ਵੀਵੀ ਗਿਰੀ ਬਣ ਗਏ। ਜੀ ਪਰ ਉਹ ਕਾਂਗਰਸ 'ਚ ਫੁੱਟ ਪੈ ਗਈ, ਜੀ ਜਾਣੀ ਉਹ ਜਦ ਫੁੱਟ ਪੈ ਗਈ ਤਾਂ ਉਹ ਇਲੈਕਸ਼ਨ ਕਮਿਸ਼ਨ ਕੋਲ ਗੱਲ ਗਈ ਤਾਂ ਉਹਨੇ ਕਿਹਾ ਵੀ ਦੋ ਕਾਂਗਰਸਾਂ ਬਣ ਗਈ, ਜੀ ਵੀ ਇੱਕ ਤਾਂ ਜਿਹੜੀ ਇੰਦਰਾ ਗਾਂਧੀ ਵਾਲੀ ਤੇ ਇੱਕ ਉਹ ਜਿਹੜੀ ਰਾਸ਼ਟਰਪਤੀ ਖੜਾ ਕੀਤਾ ਸੀ। ਜੀ ਔਰ ਉਦੋਂ ਜਾਣੀ ਮਤਲਬ ਜਿਹੜਾ ਉਹਨਾਂ ਨੂੰ ਫਿਰ ਜਿਹੜਾ ਪਹਿਲਾਂ ਬਲਦਾਂ ਦੀ ਜੋੜੀ ਹੈ ਜੀ। ਉਹ ਪੁਰਾਣੀ ਕਾਂਗਰਸ ਨੂੰ ਮਿਲਿਆ ਤਾਂ ਇਹਨੂੰ। ਹੱਕ। ਹਾਂ, ਪਰ ਗਾਂ ਜਦ ਚੱਲਦੀ ਸੀ ਗੱਲ ਵੀ ਉਹ ਜਾਣੀ ਇਸ ਤਰੀਕੇ ਨਾਲ ਉਹ ਕੰਮ ਕਰਦੀ ਸੀ ਵੀ ਤਾਨਾਸ਼ਾਹੀ ਦੇ ਨਾਲ। ਜੀ ਪਰ ਇੱਥੇ ਬੜੀ ਚੰਗੀ ਗੱਲ ਆ ਵੀ ਜਿਹੜੇ ਲੋਕ ਬਾਬਾ ਸਾਹਿਬ ਨੂੰ ਮੰਨਦੇ ਸੀ, ਆਰਪੀਆਈ ਜਾਂ ਹੋਰ, ਉਹ ਸਾਰੇ ਉਹਦੇ ਵੱਲ ਲੱਪੇ ਜਾਣ। ਜੀ ਔਰ ਉਸ ਵੇਲੇ ਚੰਗੀ ਗੱਲ ਹੋਈ ਵੀ ਜਿਹੜੇ ਮਾਨਵਰ ਕਾਂਸ਼ੀ ਰਾਮ ਸੀ ਜੀ ਉਸ ਟਾਈਮ ਦੇ ਦੌਰਾਨ ਜਾਣੀ ਉਹ ਇਸ ਮੂਵਮੈਂਟ ਬਹੁਜਨ ਦੇ ਵਿੱਚ ਆ ਗਏ। ਜੀ ਬਾਬਾ ਸਾਹਿਬ ਦੀ ਲਿਟਰੇਚਰ ਨੂੰ ਪੜ੍ਹ ਕੇ ਜੀ ਜਾਣੀ ਉਹਨੇ ਕਿਹਾ ਵੀ ਇਹ ਜੋ ਲੋਕ ਕਰਦੇ ਆ ਵੀ ਇਹ ਬਿਲਕੁਲ ਬਾਬਾ ਸਾਹਿਬ ਦੀ ਵਿਚਾਰਧਾਰਾ ਹੈ, ਜੀ ਜਾਣੀ ਉਹ ਮੈਦਾਨ ਦੇ ਵਿੱਚ ਆ ਗਏ। ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ 1971 ਦੀ ਚੋਣ ਹੋਈ ਹੈ, ਜੀ ਉਹ ਫਿਰ ਇੰਦਰਾ ਗਾਂਧੀ ਵਾਲੀ ਕਾਂਗਰਸ ਜਿੱਤੀ, ਠੀਕ ਹੈ ਉਹ ਜਾਣੀ ਦੂਸਰੀ ਜਿਹੜੀ ਹੈ ਉਹਦਾ ਭੋਗ ਪੈ ਗਿਆ ਬਸ। ਜੀ ਅੱਛਾ ਜਨਤਾ ਪਾਰਟੀ ਦੀ ਸਰਕਾਰ ਕਿਵੇਂ ਜਾਂਦੀ ਬਣੀ ਅਤੇ ਮੁੜ ਇੰਦਰਾ ਗਾਂਧੀ 1980 ਵਿੱਚ ਪ੍ਰਧਾਨ ਮੰਤਰੀ ਬਣੀ? 1971 ਦੀ ਜਿਹੜੀ ਲੋਕ ਸਭਾ ਚੋਣ ਹੋਈ ਸੀ, ਜੀ ਕਿਉਂਕਿ ਉੱਥੇ ਜਿਹੜਾ ਜੋ ਕੁਝ ਸਿਸਟਮ ਚੱਲਦਾ ਉਹਦੇ ਵਿੱਚ ਜਾਂ ਚੋਣਾਂ ਹੁੰਦੀਆਂ ਉਸ ਵੇਲੇ ਜਿਹੜਾ ਪਾਰਟੀ ਦਾ ਖਰਚ ਹੋਣਾ ਚਾਹੀਦਾ, ਜੀ ਸਰਕਾਰ ਦਾ ਨਹੀਂ ਹੋਣਾ ਚਾਹੀਦਾ। ਜੀ ਪਰ ਉਹ ਜਿਹੜੀ ਰਾਏ ਬਰੇਲੀ ਤੋਂ ਚੋਣ ਲੜੀ ਸੀ ਉਹ ਜਾਣੀ ਜਹਾਜ਼ ਹੈਲੀਕਾਪਟਰ ਉਹ ਸਰਕਾਰੀ ਵਰਤਦੀ ਰਹੀ। ਜੀ ਪਰ ਉਹ ਜਿਹੜਾ ਰਾਜ ਨਰਾਇਣ ਹਾਰਿਆ ਸੀ ਉਹਨੇ ਆਪਣੇ ਵਕੀਲ ਨੂੰ ਦੱਸਿਆ, ਜੀ ਉਹ ਵਕੀਲ ਬਹੁਤ ਮਾਹਰ ਸੀ, ਜੀ ਸ਼ਾਂਤੀ ਭੂਸ਼ਣ ਸੀ ਉਹਦਾ ਨਾਂ, ਜਿਹੜਾ ਪ੍ਰਸ਼ਾਂਤ ਭੂਸ਼ਣ ਹੈ ਉਹਦਾ ਫਾਦਰ। ਜੀ ਉਹਨੇ ਜਾਣੀ ਕੇਸ ਕਰ ਦਿੱਤਾ ਸੀ ਜੀ
ਵੀ ਇਹ ਤਾਂ ਐਮਪੀ ਜਿਹੜੀ ਬਣੀ ਗਲਤ ਹੈ, ਜੀ ਵੀ ਜੇ ਪ੍ਰਾਈਮ ਮਿਨਿਸਟਰ ਇਦਾਂ ਕਰਦੀ ਹੈ ਤਾਂ ਫਿਰ ਤਾਂ ਇਹ ਬਹੁਤ ਗਲਤ ਹੈ। ਜੀ ਪਰ ਉੱਥੇ ਜਿਹੜਾ ਟਾਈਮ ਲੱਗਦਾ, ਜਾਣੀ ਤੁਹਾਨੂੰ ਪਤਾ ਵੀ ਕੇਸ ਆਉਣ ਨੂੰ ਜੀ ਕਾਫੀ ਟਾਈਮ ਲੱਗਦਾ। ਫਿਰ ਉਹ ਇਦਾਂ ਸੀ ਵੀ ਬੰਗਲਾਦੇਸ਼ ਦੀ ਵੀ ਯੁੱਧ ਹੋ ਗਿਆ, ਜੀ ਉਹ ਵੀ ਬਣ ਗਿਆ। ਪਰ ਉਹ ਜਾਣੀ ਇਲਾਹਾਬਾਦ ਹਾਈ ਕੋਰਟ ਨੇ 1975 ਫੈਸਲਾ ਦਿੱਤਾ। ਜੀ ਉਹਨ ਕਿਹਾ ਵੀ ਇਹ ਜਿਹੜਾ ਤੂੰ 1971 ਚ ਲੋਕ ਸਭਾ ਦੀ ਮੈਂਬਰ ਬਣੀ ਸੀ, ਤੂੰ ਗਲਤ ਬਣੀ ਸੀ। ਜੀ ਵੀ ਤੂੰ ਤਾਂ ਆ ਜਿਹੜੇ ਹੈਲੀਕਾਪਟਰ ਵਰਤੇ, ਹੋਰ ਚੀਜ਼ਾਂ ਵਰਤੀਆਂ, ਉਹ ਤਾਂ ਤੇ ਪਾਰਟੀ ਦੀਆਂ ਹੋਣੀਆਂ ਚਾਹੀਦੀਆਂ ਸੀ। ਜੀ ਉਹਨੇ ਕਿਹਾ ਵੀ ਤੇਰੀ ਉਹ ਸੀਟ ਅਸੀਂ ਰੱਦ ਕਰ ਰਹੇ ਹਾਂ, ਜੀ ਵੀ ਤੂੰ ਰਿਜ਼ਾਈਨ ਕਰ। ਜੀ ਪਰ ਹੁਣ ਦੇਖੋ ਵੀ ਉਹਨੇ ਰਿਜ਼ਾਈਨ ਨਹੀਂ ਕੀਤਾ। ਜੀ ਜਦ ਉਹ ਫੈਸਲਾ ਆਇਆ ਤਾਂ ਉਹਨੇ ਮੀਟਿੰਗ ਬੁਲਾਈ, ਤਾਂ ਉਸ ਵੇਲੇ ਉਹਦੇ ਲੜਕੇ ਸੰਜੇ ਦੀ ਬਹੁਤ ਚੱਲਦੀ ਸੀ। ਜੀ ਔਰ ਉਹ ਜਿਹੜੀ ਮੀਟਿੰਗ ਹੋਈ ਉੱਥੇ, ਤਾਂ ਉਹਦੇ ਵਿੱਚ ਇੱਕ ਬੰਦੇ ਨੇ ਕਿਹਾ ਵੀ ਸ਼੍ਰੀਮਤੀ ਜੀ ਵੀ ਇਦਾਂ ਕਰੋ ਵੀ ਜਿਹੜਾ ਫੈਸਲਾ ਆਇਆ ਉਹਨੂੰ ਸਵੀਕਾਰ ਕਰੋ, ਜੀ ਵੀ ਜਦ ਤੂੰ ਠੀਕ ਹੈ ਜੇ ਬਾਤ 'ਚ ਵੀ ਬਣ ਸਕਦੀ ਹੈ। ਠੀਕ ਹੈ। ਉਹ ਇੱਕ ਬੰਦੇ ਨੇ ਕਹਿ ਦਿੱਤਾ ਵੀ ਜਗਜੀਵਨ ਰਾਮ ਨੂੰ ਬਣਾ ਦਿਓ ਜਦ ਤੱਕ। ਜੀ ਉੱਤੇ ਤਾਂ ਉਹ ਬਹੁਤ ਨਾਰਾਜ਼ ਹੋਈ। ਜੀ ਉਹਨੇ ਕਿਹਾ ਵੀ ਮੈਂ ਬਹੁਤ ਗੱਲਾਂ ਨਹੀਂ ਸੁਣਨੀਆਂ, ਵੀ ਐਮਰਜੈਂਸੀ ਲਾ ਦੇਣੀ, ਜੀ ਵੀ ਇਹ ਜਿਹੜੇ ਬੰਦੇ ਜੋ ਕੁਝ ਕਰ ਰਹੇ ਆ, ਜੱਜ ਵੀ ਗਲਤ ਆ, ਸਾਰੇ ਕੁਝ ਕਰ ਰਹੇ ਆ, ਵੀ ਇਹ ਤਾਂ ਜੀ ਮੈਨੂੰ ਉੱਦਾਂ ਹੀ ਲਾਉਣਾ ਚਾਹੁੰਦੇ। ਜੀ ਹੁਣ ਤੁਸੀਂ ਦੇਖੋ ਵੀ ਐਮਰਜੈਂਸੀ ਲਾਤੀ, ਕਿੰਨੇ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ। ਜੀ ਉਹ ਇਹ ਵੀ ਸੰਵਿਧਾਨ ਤੇ ਹਮਲਾ ਹੀ ਸੀ। ਜੀ ਔਰ ਉਹ ਤੁਸੀਂ ਉਹਨ ਕਿਹਾ ਵੀ ਚੋਣਾਂ ਕਰਾਉਣੀਆਂ ਹੀ ਨਹੀਂ, ਜੀ ਜਾਣੀ 71 ਤੋਂ ਬਾਅਦ 76 'ਚ ਹੋਣੀਆਂ ਚਾਹੀਦੀਆਂ ਸੀ। ਜੀ ਉਹ ਜਦ ਐਮਰਜੈਂਸੀ ਲੱਗ ਕੇ ਜੇਲ੍ਹਾਂ 'ਚ ਚਲੇ ਗਏ, ਤਾਂ ਫਿਰ ਜਾਣੀ ਉਹਨੂੰ ਇੰਟੈਲੀਜੈਂਸ ਨੇ ਰਿਪੋਰਟ ਦਿੱਤੀ ਵੀ ਲੋਕ ਤੇਰੇ ਵੱਲ ਆ। ਜੀ ਪਰ ਉਹ ਰਿਪੋਰਟ ਫੇਕ ਸੀ, ਜੀ ਲੋਕ ਤਾਂ ਦੁਖੀ ਸੀ। ਜੀ ਜੀ ਉਹਨੇ ਫਿਰ ਜਾਣੀ ਜਿਹੜਾ ਐਲਾਨ ਕੀਤਾ ਵੀ ਮੈਂ ਐਮਰਜੈਂਸੀ ਉਠਾ ਕੇ ਚੋਣਾਂ ਕਰਾ ਰਹੀ ਹਾਂ, ਉਦੋਂ ਪਹਿਲਾਂ ਜਗਜੀਵਨ ਰਾਮ ਵੀ ਉਹਨੂੰ ਛੱਡ ਗਿਆ। ਜੀ ਕਿਉਂਕਿ ਉਹਨੇ ਵੀ ਕਿਹਾ ਵੀ ਜਦ ਬਾਕੀ ਦੇ ਨੂੰ ਅਕਲ ਆ ਰਹੀ ਤਾਂ ਮੈਨੂੰ ਵੀ ਹੋਣਾ ਚਾਹੀਦਾ। ਜੀ ਉਹ ਫਿਰ 1977 ਦੀ ਚੋਣ ਦੇ ਵਿੱਚ ਉਹ ਖੁਦ ਵੀ ਆਪਣੀ ਸੀਟ ਹਾਰ ਗਏ। ਜੀ ਔਰ ਇਹ ਜਿਹੜੀ ਜਨਤਾ ਪਾਰਟੀ, ਇਹਦਾ ਜੇਲ੍ਹ 'ਚ ਜਨਮ ਹੋਇਆ ਸੀ। ਜੀ ਇਹ ਲੋਕ ਜੇਲ੍ਹਾਂ ਸੀਗਾ। ਜਿਹੜਾ ਜੈ ਪ੍ਰਕਾਸ਼ ਨਾਰਾਇਣ ਸੀ, ਜੀ ਉਹਨੇ ਜਾਣੀ ਇਹ ਮੂਵਮੈਂਟ ਨੂੰ ਚਲਾਇਆ ਸੀ, ਤੇ ਚੰਦਰ ਸ਼ੇਖਰ ਇਹਦੇ ਪ੍ਰਧਾਨ ਬਣੇ ਸੀ। ਉਹ ਪਾਰਟੀ ਜਿੱਤੀ ਸੀ, ਜਨਤਾ ਪਾਰਟੀ ਜੀ। ਅੱਛਾ, ਇੰਦਰਾ ਗਾਂਧੀ ਦਾ ਦੂਸਰਾ ਦੌਰ ਕਿਹੋ ਜਿਹਾ ਰਿਹਾ? ਦੇਖੋ, ਜਿਹੜਾ ਪਹਿਲਾਂ ਤਾਂ ਵੱਡੀ ਗੱਲ ਆ ਵੀ ਆਪਾਂ ਉਹ ਜਨਤਾ ਪਾਰਟੀ ਦੀ ਜਿਹੜੀ, ਹੁਣ ਤੁਹਾਨੂੰ ਪਤਾ ਵੀ ਜੀ। ਜਨਤਾ ਪਾਰਟੀ ਦੀ ਪਹਿਲਾਂ ਹੁੰਦੀ ਹੈ, ਜੀ ਕਿਉਂਕਿ ਜਿਹੜਾ ਇਹ ਵਿੱਚ ਉਹਨਾਂ ਨੂੰ ਵੀ ਰਾਜ ਕਰਨ ਦਾ ਮੌਕਾ ਮਿਲਿਆ। ਠੀਕ ਹੈ। ਕਿਉਂਕਿ ਜਦੋਂ 1977 ਦੇ ਵਿੱਚ ਉਹ ਸਰਕਾਰ ਬਣ ਗਈ, ਜੀ ਉਹ ਜਿਹੜਾ ਜੈ ਪ੍ਰਕਾਸ਼ ਨਾਰਾਇਣ ਜਿਹੜਾ ਸੀ, ਉਹ ਇਹ ਕਹਿੰਦਾ ਸੀਗਾ ਵੀ ਜਿਹੜੀ ਇੰਦਰਾ ਗਾਂਧੀ ਇਹ ਗਾਂਧੀਵਾਦੀ ਨਹੀਂ, ਜੀ ਵੀ ਮੈਂ ਗਾਂਧੀਵਾਦੀ। ਜੀ ਹੁਣ ਜੀ ਜਿੰਨੇ ਜਿਹੜਾ ਪ੍ਰਾਈਮ ਮਿਨਿਸਟਰ ਆ ਸਾਰਿਆਂ ਨੂੰ ਉਹ ਗਾਂਧੀ ਦੀ ਸਮਾਧ ਤੇ ਲਗਿਆ। ਜੀ ਉਹਨੂੰ ਕਿਹਾ ਵੀ ਇੱਥੇ ਸਹੁੰ ਚੁੱਕੋ ਵੀ ਤੁਸੀਂ ਪੱਕੇ ਗਾਂਧੀਵਾਦੀ। ਜੀ ਹੁਣ ਤੁਸੀਂ ਦੇਖੋ ਉਹਨੀ ਸਹੁੰ ਚੁੱਕੀ। ਜੀ ਔਰ ਉਹ ਬਣਾਉਣ ਵਾਲਾ ਤਾਂ ਉਹ ਸੀ ਜੀ, ਉਹ ਸਰਕਾਰ ਦੇ ਵਿੱਚ ਚੱਲਦੀ ਤੋਂ ਜਾਣੀ ਫੁੱਟ ਪੈਂਦੀ ਰਹੀ। ਜੀ ਉਹ ਜਿਹੜੇ ਜਨਸੰਘ ਵਾਲੇ ਸੀਗੇ ਵਿੱਚ, ਵਾਜਪਾਈ ਤਾਂ ਅਡਵਾਨੀ ਹੋਣੀ, ਜੀ ਇਹ ਤਾਂ ਆਰਐਸਐਸ ਨਾਲ ਮਿਲੇ ਹੋਏ ਸੀ। ਜੀ ਇਹਨੀ ਤਾਂ ਜਨਸੰਘ ਖਤਮ ਕਰ ਲਈ, ਜਗਜੀਵਨ ਰਾਮ ਤੋਂ ਵੀ ਪਾਰਟੀ ਖਤਮ ਕਰਾ ਲਈ। ਜੀ ਪਰ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਦੇਖੋ ਇਹਨੂੰ ਅਡਵਾਨੀ ਨੂੰ ਤਾਂ ਵਾਜਪਾਈ ਨੂੰ ਕਹਿੰਦੇ ਵੀ ਤੁਸੀਂ ਆਰਐਸਐਸ ਛੱਡੋ। ਜੀ ਉਹ ਕਹਿੰਦੇ ਵੀ ਉਹ ਤਾਂ ਸਾਡੀ ਮਾਂ ਹੈ, ਜੀ ਵੀ ਜਨਸੰਘ ਹੀ ਛੱਡ ਦਿੱਤੀ ਹੈ, ਉਹ ਨਹੀਂ ਛੱਡਣੀ। ਜੀ ਪਰ ਦੂਸਰੇ ਪਾਸੇ ਜਿਹੜਾ ਚੌਧਰੀ ਚਰਨ ਸਿੰਘ ਸੀਗਾ, ਜੀ ਤੁਹਾਨੂੰ ਪਤਾ ਵੀ ਇਹ ਵੀ ਬਹੁਤ ਅੜੀਅਲ ਸੀਗਾ, ਜੀ ਇਹ ਆਪਣੀ ਮਨਾਉਂਦਾ ਸੀ। ਜੀ ਅਖੀਰ ਉਹ ਇੰਦਰਾ ਗਾਂਧੀ ਨੇ ਜਾਣੀ ਉਹਨੂੰ ਅੰਦਰੋਂ ਲਾਪੇ ਮਿਲਣ ਜੀ ਵੀ ਤੂੰ ਡਟਿਆ ਰਹਿ, ਵੀ ਅਸੀਂ ਜਿਹੜੇ ਸਾਡੇ ਕਾਂਗਰਸੀ ਜਿੱਤੇ ਆ, ਅਸੀਂ ਤੇਰੀ ਸਪੋਰਟ ਕਰਾਂਗੇ। ਜੀ ਤੂੰ ਕਹਿ ਵੀ ਪ੍ਰਾਈਮ ਮਿਨਿਸਟਰ ਮੈਂ ਬਣਨਾ। ਜੀ ਹੁਣ ਤੁਸੀਂ ਦੇਖੋ ਵੀ ਉਹ 1977 ਸਰਕਾਰ ਬਣੀ, 79 ਜੋ ਚਰਨ ਸਿੰਘ ਨੇ ਗਰਾਤੀ। ਜੀ ਔਰ ਫਿਰ ਉਹ ਇੰਦਰਾ ਗਾਂਧੀ ਨੇ ਕੀ ਕੀਤਾ ਵੀ ਆਪਣੇ ਬੰਦਿਆਂ ਨੂੰ ਕਿਹਾ ਵੀ ਇਹ ਜਿਹੜੇ ਕਾਂਗਰਸ ਵੀ ਹੋ ਰਹੀ ਚਾਹੀਦੀ ਹੈ। ਜੀ ਯਾਨੀ 31 ਦਸੰਬਰ 1977 ਨੂੰ ਕਾਂਗਰਸ ਜਿਹੜੀ ਆਈ ਬਣ ਗਈ ਸੀ, ਜੀ ਜਾਣੀ ਆਈ ਇੰਦਰਾ ਕਾਂਗਰਸ। ਜੀ ਹੁਣ ਉਹ ਤੁਸੀਂ ਦੇਖੋ ਵੀ ਉਹ ਜਿਹੜੀ ਮਤਲਬ ਹੈ ਜਦ ਫਿਰ ਜਿਹੜਾ ਚੌਧਰੀ ਚਰਨ ਸਿੰਘ ਆ ਉਹ ਵਿਸ਼ਵਾਸ ਮਤੇ ਨਹੀਂ ਜਿੱਤ ਸਕਿਆ, ਜੀ ਫਿਰ ਚੋਣਾਂ ਹੋਣੀਆਂ ਹੀ ਸੀ। ਜੀ ਇਸ ਕਰਕੇ ਫਿਰ ਇੰਦਰਾ ਗਾਂਧੀ ਜਿਹੜੀ ਉਹ ਦੁਬਾਰਾ ਫਿਰ 1980 ਚ ਬਣ ਗਈ। ਜੀ ਹੁਣ ਉਹ ਦੂਸਰਾ ਥੈਂਕ ਦੌਰ ਯੂ ਵੈਰੀ ਮਚ। ਕਿਉਂਕਿ ਆ ਕੁਛ ਇੱਕ ਹਾਂ
Shadi Satyasalan, excellent program. Debo Mahe want to sponsor 14th April Baba Sahib's birthday program. Thank you very much ਜੀ ਤੁਹਾਡੇ ਵਰਗੇ ਹੋਰ ਵੀ ਬਾਹਰ ਆਉਣੇ ਚਾਹੀਦੇ ਆ ਜਿਹੜੇ ਕਿ ਪ੍ਰੋਗਰਾਮ ਬੁੱਕ ਕਰਾਉਣ। ਇਹ ਦੱਸ ਦਿੱਤਾ ਜਾਵੇਗਾ 14 ਅਪ੍ਰੈਲ ਦਾ ਬਾਬਾ ਸਾਹਿਬ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡੇ ਵੱਲੋਂ ਸਪਾਂਸਰ ਕੀਤਾ ਜਾਊਗਾ। ਦੇਵਲਾਲ ਬਖਸ਼ੋ ਸੁਮਨ ਤੇ ਬੀਬੀ ਬਚਨੀ ਵੈਰੀ ਗੁੱਡ ਪ੍ਰੋਗਰਾਮ ਐਜ਼ ਆਲਵੇਜ਼। ਮਦਨ ਸਰੋਏ ਲੰਡਨ ਤੋਂ ਕਈ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ, ਥੈਂਕ ਯੂ ਵੈਰੀ ਮਚ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਗਿਆਨੋ ਡਾਰਲਸਟਨ ਤੋਂ ਵੈਰੀ ਗੁੱਡ ਪ੍ਰੋਗਰਾਮ ਤੇ ਨਾਲ ਉਹ 25 ਪਾਉਂਡ ਲੋਟਸ ਟੈਲੀਵਿਜ਼ਨ ਨੂੰ ਦਾਨ ਵੀ ਕਰਦੇ ਹਨ। ਪ੍ਰੇਮ ਚੰਦ ਕੀਲਾ ਵੈਰੀ ਗੁੱਡ ਪ੍ਰੋਗਰਾਮ। ਰਾਮਪਾਲ ਝੱਲੀ ਮਿੰਦੋ ਝੱਲੀ ਡਾਰਲਸਟਨ ਤੋਂ ਫੈਂਟੈਸਟਿਕ ਪ੍ਰੋਗਰਾਮ। ਦੀਵਾਨ ਮਹਿੰਦਰਾ ਵੌਇਸ ਆਫ ਇੰਡੀਆ ਵੈਰੀ ਗੁੱਡ ਪ੍ਰੋਗਰਾਮ ਐਜ਼ ਆਲਵੇਜ਼। ਹਰਮੇਸ਼ सत्या जसल वेरी गुड प्रोग्राम। रमेश और मीना दादरा वेरी गुड प्रोग्राम। आंटी नंजो रतू ग्लैड टू सी यू बोथ ऑन लोटस टेलीविजन और डोनेट 20 पाउंड बुद्धा विहारा नूं दान करते आ। जगदीश समਿਤਰੀ दादरा वेरी गुड प्रोग्राम। सोडी राम कमलेश राकेश जसल वेरी गुड प्रोग्राम। मूर्ति मल भजनों कौर मल फंटैस्टिक प्रोग्राम। KL चांद बेडफोर्ड तो फंटैस्टिक प्रोग्राम। निर्मला भाटिया थैंक यू फॉर द नॉलेजेबल प्रोग्राम। सोनलाल रत्तू जी फंटैस्टिक प्रोग्राम। राम प्रकाश ममन जी वेरी गुड नॉलेजेबल प्रोग्राम, थैंक यू अंकल जी। बलदेव राज राल एक्सीलेंट प्रोग्राम। ਇਹ ਅਸੀਂ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਤੁਹਾਡੀ ਫੀਡਬੈਕ ਦੇ ਨਾਲ ਸਾਡੇ ਵੀ ਹੌਸਲੇ ਵੱਧਦੇ ਹਨ। ਅੱਜ ਦਾ ਜੋ ਪ੍ਰੋਗਰਾਮ ਹੈ ਉਹ ਨਰੇਸ਼ ਮਢਾਰ ਅਤੇ ਕਵਿਤਾ ਮਢਾਰ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਮਾਮਾ ਜੀ ਮੂਲਰਾਜ ਸੇਠ ਮੂਲਰਾਜ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹਾਂਜੀ ਚੌਹਾਨ ਸਾਹਿਬ, ਇਸ ਤੋਂ ਅੱਗੇ ਰਾਜੀਵ ਗਾਂਧੀ ਦਾ ਕਾਰਜਕਾਲ ਜਿਹੜਾ ਆਇਆ ਜਿਹੜਾ ਉਹ ਪਹਿਲਾ ਪਲੀਜ਼ ਜਿਹੜਾ ਉਹ ਇੰਦਰਾ ਗਾਂਧੀ ਦਾ ਸੈਕੰਡ ਕਾਰਜਕਾਲ ਤੋਂ ਜ਼ਰੂਰ ਦੱਸਣੀ। ਉਹ ਤੁਸੀਂ ਐਕਸਪਲੇਨ ਕਰਕੇ ਹਟੇ? ਹੋਇਆ ਨਹੀਂ ਚਲੋ ਨਾ, ਮੈਂ ਸਵਾਲ ਹੀ ਤੁਹਾਡੇ ਕੋਲ ਉਹ ਪੁੱਛਿਆ ਸੀ ਇਹ ਤੋਂ ਪਹਿਲਾਂ। ਨਹੀਂ ਦੇਖੋ, ਇਹ ਸੀ ਵੀ ਆਪਾਂ ਉਹ ਜਿਹੜੀ ਦੇਖੋ ਜਿਹੜਾ ਸਬਜੈਕਟ ਆ ਜੀ, ਜੇ ਆਪਾਂ ਉਹਨੂੰ ਅਧੂਰਾ ਛੱਡਦੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ। ਕੋਈ ਗੱਲ ਨਹੀਂ, ਕਿਉਂਕਿ ਜਿਹੜਾ ਜਨਤਾ ਪਾਰਟੀ ਦਾ ਰਾਜ ਸੀ ਜੀ, ਕਿਉਂਕਿ ਦੇਖੋ ਕੁਝ ਵੀ ਹੈਗਾ ਵੀ ਉਹ ਜੋ ਭਮਾ ਉਨੀ ਦੇਰ ਰਿਹਾ, ਪਰ ਉਹਦੇ ਵਿੱਚ ਇੱਕ ਦੋ ਗੱਲਾਂ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਵੀ ਇੱਕ ਤਾਂ ਜਿਹੜੀ ਮੰਡਲ ਕਮਿਸ਼ਨ ਦੀ ਰਿਪੋਰਟ ਆ ਜੀ ਉਹਨੇ ਤਿਆਰ ਕੀਤੀ ਸੀ ਜੀ। ਦੂਸਰਾ, ਉਹ ਪਹਿਲੀ ਵਾਰੀ ਦੇਸ਼ ਦੀ ਆਜ਼ਾਦੀ ਦੇ ਵਿੱਚ ਅਪੋਜੀਸ਼ਨ ਨੂੰ ਮਾਨਤਾ ਮਿਲੀ ਜੀ, ਪਹਿਲਾਂ ਹੈ ਹੀ ਨਹੀਂ ਸੀ ਜੀ। ਜਿੱਦਾਂ ਇੱਥੇ ਹੈ ਨਾ ਵੀ ਅਪੋਜੀਸ਼ਨ ਦਾ ਲੀਡਰ ਹੈ ਜੀ, ਵੀ ਉਹਨੂੰ ਮਾਨਤਾ ਮਿਲਦੀ ਹੈ, ਉਹਦੀ ਗੱਲ ਸੁਣੀ ਜਾਂਦੀ ਹੈ। ਇੱਥੇ ਤਾਂ ਸ਼ੈਡੋ ਕੈਬਨਿਟ ਵੀ ਹੈ ਜੀ, ਉਹ ਜਾਣੀ ਉਹਨੇ ਕੀਤਾ ਜੀ। ਪਰ ਉਹ ਫਿਰ ਦੇਖੋ ਜਿਸ ਵੇਲੇ 1980 ਦੇ ਵਿੱਚ ਉਹ ਇੰਦਰਾ ਗਾਂਧੀ ਦੁਆਰਾ ਜਾਣੀ ਬਣ ਗਈ ਜੀ ਪ੍ਰਾਈਮ ਮਿਨਿਸਟਰ, ਤਾਂ ਉਹਨ ਪਹਿਲਾਂ ਇਹ ਕਿਹਾ ਵੀ ਇਹ ਜਿਹੜੀ ਮੰਡਲ ਕਮਿਸ਼ਨ ਦੀ ਰਿਪੋਰਟ ਮੈਂ ਲਾਗੂ ਨਹੀਂ ਕਰਨੀ ਜੀ, ਬਈ ਮਤਲਬ ਇਹ ਗਲਤ ਹੋਇਆ ਜੀ। ਫਿਰ ਉਹਨੂੰ ਜਾਣੀ ਉਹਦਾ ਜਿਹੜਾ ਸਵਾਡੀਅਲ ਸੀ ਉਹ ਜਾਣੀ ਇਹ ਦੇਖਿਆ ਵੀ ਜਿਹੜੀ ਐਮਰਜੈਂਸੀ 'ਚ ਕਿੰਨੀ ਮੇਰੀ ਵਿਰੋਧਤਾ ਕੀਤੀ ਸੀ ਜੀ, ਉਹ ਅਕਾਲੀਆਂ ਦੇ ਕਹਿੰਦੀ ਸੀ ਵੀ ਇਹਨਾਂ ਨੂੰ ਵੀ ਠੀਕ ਕਰਨਾ ਚਾਹੀਦਾ ਜੀ। ਫਿਰ ਉਹ ਜ਼ਿਆਦਾ ਮਤਲਬ ਜਗਜੀਵਨ ਤੋਂ ਦੁਖੀ ਸੀ ਜੀ, ਉਹਨੇ ਕਿਹਾ ਵੀ ਅਸੀਂ ਤਾਂ ਇਹਨੂੰ ਲਿਆਏ ਸੀ ਜੀ, ਵੀ ਉੱਧਰ ਚਲੇ ਗਿਆ ਜੀ, ਵੀ ਇਹਨੂੰ ਬਿਲਕੁਲ ਨਹੀਂ ਬਣਾਉਣਾ ਜੀ। ਫਿਰ ਉਹ ਤੁਸੀਂ ਦੇਖੋ ਵੀ ਜਿਹੜੇ ਬੰਦੇ RP ਵਾਲੇ ਸੀ ਉਹ ਉੱਧਰ ਜ਼ਿਆਦਾ ਲੱਪੇ ਜਾਣ ਜੀ। ਪਰ ਉਹ ਬੜੀ ਤਾਂ ਗੱਲ ਹੋਈ ਵੀ ਉਹ ਜਿਹੜਾ ਉਹਨੂੰ ਮਾਨਵਰ ਕਾਂਸ਼ੀ ਰਾਮ ਬਾਰੇ ਜੀ ਉਹ ਹੈਰਾਨ ਰਹਿ ਗਏ ਵੀ ਇਹ ਨਵਾਂ ਬੰਦਾ ਜੀ। ਉਹ ਫਿਰ ਜਾਣੀ ਮਤਲਬ ਜਿਹੜਾ ਉਹਨ ਪੂਨਾ ਦਾ ਸਮਝੌਤੇ ਦੇ 50 ਸਾਲ ਮਨਾਏ ਸੀ 1982 ਚ 50th ਐਨਵਰਸਰੀ ਮਨਾਉਣੀ, ਉਹ ਹੈਰਾਨ ਰਹਿ ਗਏ ਵੀ ਇਹ ਬੰਦਾ ਨਵਾਂ ਜਿਹੜਾ ਇਹ ਕਿੱਥੋਂ ਆ ਗਿਆ ਜੀ। ਉਹ ਜਾਣੀ ਫਿਰ ਉਹਨ ਕਿਹਾ ਵੀ ਇਹ ਜੋ ਕੁਝ ਸਥਿਤੀ ਇਦਾਂ ਦੀ ਬਣ ਗਈ। ਪਰ ਉਹ ਜਿਹੜਾ 1984 ਦਾ ਸਾਲ ਆਇਆ ਜੀ,
ਉਸ ਵੇਲੇ ਜਾਣੀ ਇਦਾਂ ਦੇ ਘਟਨਾਵਾਂ ਹੋਈਆਂ ਵੀ ਇੱਕ ਤਾਂ ਜਿਹੜਾ ਪਿੰਡਰਾਂ ਵਾਲਾ ਨਹੀਂ ਸੀ ਕੰਟਰੋਲ ਹੋ ਰਿਹਾ, ਜੀ ਉਹ ਅਕਾਲੀਆਂ ਨੂੰ ਖਤਮ ਕਰਨ ਵਾਸਤੇ ਤਿਆਰ ਕੀਤਾ ਸੀ, ਜੀ ਕਿਉਂਕਿ ਕਈ ਵਾਰੀ ਜਦ ਤੁਸੀਂ ਇਦਾਂ ਦੇ ਕਰਦੇ ਤਾਂ ਤੁਹਾਨੂੰ ਪੇਸ਼ ਆ ਜਾਂਦਾ। ਜੀ ਫਿਰ ਦੂਸਰੇ ਪਾਸੇ ਜਾਣੀ ਜਿਹੜਾ ਮਾਨਵਰ ਕਾਂਸ਼ੀ ਰਾਮ ਆ, ਉਹਨੇ ਬੀਐਸਪੀ ਦਾ ਸੰਗਠਨ ਕਰ ਦਿੱਤਾ, ਜੀ ਪਰ ਉਹਨੂੰ ਬੁਖਲਾਹਟ ਦੇ ਵਿੱਚ ਆ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਜੀ ਇਸ ਕਰਕੇ ਜਾਣੀ ਉਹਦੀ ਮੌਤ ਜਾਣੀ 31 ਅਕਤੂਬਰ 1984 ਨੂੰ। ਜੀ ਫਿਰ ਉਹ ਰਾਜੀਵ ਗਾਂਧੀ ਜਾਣੀ ਮਤਲਬ ਪ੍ਰਾਈਮ ਮਿਨਿਸਟਰ ਬਣ ਗਿਆ। ਜੀ ਉਹਨੂੰ ਮਤਲਬ ਫਿਰ ਸਾਰਿਆਂ ਨੇ ਉਹ ਹਮਦਰਦੀ ਕਰਕੇ ਔਰ ਆਰਐਸਐਸ ਨੇ ਸਪੋਰਟ ਕੀਤੀ ਸੀ ਜੀ ਵੀ ਜੋ ਕੁਛ ਤੂੰ, ਕਿਉਂਕਿ ਅਡਵਾਨੀ ਤਾਂ ਬਹੁਤ ਦੇਰ ਦਾ ਕਹਿੰਦਾ ਸੀ ਵੀ ਤੈਨੂੰ ਇਹ ਜਿਹਨੂੰ ਪਹਿਲਾ ਹਮਲਾ ਹੋਣਾ ਚਾਹੀਦਾ, ਜੀ ਕਿਉਂਕਿ ਇਹ ਜਿਹੜੇ ਹਿੰਦੂ ਤਵੀ ਫੋਰਸਸ ਹੈ ਹਰੇਕ ਪਾਸੇ ਹੀ ਹੈ। ਜੀ ਤੇ ਉਹ ਜਿਹੜਾ ਰਾਜੀਵ ਗਾਂਧੀ ਦੇ ਬਾਰੇ ਹੁਣ ਤੁਸੀਂ ਕਰ ਸਕਦੇ। ਰਾਈਟ, ਉਹੀ ਰਾਜੀਵ ਗਾਂਧੀ ਦਾ ਕਾਰਜਕਾਲ ਉਸ ਤੋਂ ਬਾਅਦ ਆਇਆ, ਉਹ ਕਿਹੋ ਜਿਹਾ ਰਿਹਾ? ਦੇਖੋ ਪਹਿਲਾਂ ਤਾਂ ਇਹ ਸੀ ਵੀ ਜਦ ਇੰਦਰਾ ਗਾਂਧੀ ਦੀ ਮੌਤ ਹੋ ਗਈ, ਜੀ ਗਿਆਨੀ ਜੈਲ ਸਿੰਘ ਨੇ ਉਸ ਵੇਲੇ ਉਹਨੂੰ ਸਹੁੰ ਚੁਕਾ ਦਿੱਤੀ ਜੀ ਵੀ ਤੂੰ ਪ੍ਰਾਈਮ ਮਿਨਿਸਟਰ ਹੈ, ਜੀ ਔਰ ਉਹ ਫਿਰ ਬਾਅਦ ਦੇ ਵਿੱਚ ਉਹਨੂੰ ਕਿਹਾ ਗਿਆ ਵੀ ਤੂੰ ਹੁਣੇ ਹੀ ਇਲੈਕਸ਼ਨ ਕਰਾ ਲੈ। ਜੀ ਹਾਲਾਂਕਿ ਉਹ ਲੇਟ ਵੀ ਕਰਾ, ਉਹਨੇ ਕਿਹਾ ਵੀ ਹਮਦਰਦੀ ਸਿੰਪਥੀ ਉਹਨਾਂ ਦੇ ਨਾਲ ਹਾਂ। ਸੀ। ਉਹ ਦੇਖੋ ਇਲੈਕਸ਼ਨ ਦੇ ਵਿੱਚ ਆਰਐਸਐਸ ਨੇ ਇੰਨੀ ਸਪੋਰਟ ਕੀਤੀ, ਤੁਸੀਂ ਦੇਖੋ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਇੰਨੀਆਂ ਸੀਟਾਂ ਕਦੇ ਕਿਸੇ ਨੇ ਨਹੀਂ ਜਿੱਤੀ। ਜੀ ਪਰ ਉਹ ਜਿਸ ਵੇਲੇ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਜੀ ਔਰ ਉਹ 1985 ਦੇ ਵਿੱਚ ਜਾਨੀ ਕਾਂਗਰਸ ਨੂੰ ਸਥਾਪਨਾ ਨੂੰ 100 ਸਾਲ ਹੋਏ ਸੀ। ਜੀ ਉਹ ਜਦ ਉੱਥੇ ਬੋਲਿਆ ਬੰਬਈ ਤਾਂ ਉਹਨੂੰ ਜਾਨੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਹੋਰ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ, ਜੀ ਤਾਂ ਬੀਐਸਪੀ ਦਾ ਨਾਂ ਲਿਆ। ਜੀ ਉਹ ਪੱਤਰਕਾਰ ਉਹਨੂੰ ਕਹਿੰਦੇ ਵੀ ਤੇਰੇ ਕੋਲ ਤਾਂ ਸੀਟਾਂ ਹੀ 411 ਹੈ। ਜੀ ਉਹ ਪਾਰਟੀ ਹੁਣ ਰਜਿਸਟਰ ਹੋਈ ਹੈ, ਜੀ ਕਿਉਂਕਿ 1984 'ਚ ਬਣੀ ਸੀ, ਉਦੋਂ ਹੀ ਉਹ ਰਜਿਸਟਰ ਹੋਈ ਹੈ। ਜੀ ਮਾਇਆਵਤੀ ਨੇ ਵੀ ਚੋਣ ਲੜੀ ਸੀ ਉਹ ਪਹਿਲੀ ਵਾਰੀ। ਜੀ ਉਹ ਜਾਣੀ ਫਿਰ ਉਹ ਆਪ ਤਾਂ ਉਹਨੂੰ ਜਵਾਬ ਨਹੀਂ ਦਿੱਤਾ, ਤਾਂ ਉਹਦਾ ਇੱਕ ਸੀਨੀਅਰ ਬੰਦਾ ਸੀ ਅਰੁਣ ਨਹਿਰੂ, ਉਹਨੇ ਕਿਹਾ ਵੀ ਇਹ ਜਿਹੜੇ ਲੋਕ ਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਪੂਨਾ ਸਮਝੌਤਾ ਸਾਡੇ ਨਾਲ ਧੋਖਾ ਹੋਇਆ ਸੀ, ਜੀ ਵੀ ਹੁਣ ਗਾਂ ਧੋਖਾ ਨਹੀਂ ਹੋਣਾ। ਇੱਥੇ ਇੱਕ ਗੱਲ ਮੈਂ ਹੋਰ ਜੋੜਨੀ ਚਾਹੁੰਦਾ, ਹਾਂ ਕਿਉਂਕਿ DS4 ਵੱਲੋਂ ਜੋ ਪੰਜਾਬ ਦੇ ਵਿੱਚ ਇਲੈਕਸ਼ਨਾਂ ਲੜੀਆਂ ਸੀ, ਹਾਂ ਉਹ ਵੋਟਾਂ ਭਾਵੇਂ 2.5% ਹੀ ਲਗਾਏ ਸੀ, ਲੇਕਿਨ ਉਹਨਾਂ ਨੇ ਜਿਹੜੀ ਅਕਾਲੀ ਔਰ ਕਾਂਗਰਸ ਦੇ ਵਿੱਚ ਗੈਪ ਇੰਨਾ ਪਵਾਤਾ ਬਈ ਭਾਵੇਂ 60,000 ਸਿਰਫ ਵੋਟਾਂ ਦਾ ਫਰਕ ਸੀ ਇਹਨਾਂ ਦਾ ਕਾਂਗਰਸ ਦਾ ਔਰ ਅਕਾਲੀਆਂ ਦਾ, ਲੇਕਿਨ ਅਕਾਲੀ ਜਿਹੜੇ ਆ ਉਹ ਤਕਰੀਬਨ 74-75 ਸੀਟਾਂ ਲੈ ਗਏ ਸੀ ਔਰ ਜਿਹੜੇ ਕਾਂਗਰਸ ਵਾਲੇ ਆ ਇਹ ਥੱਲੇ ਹੀ ਹਰ ਗਏ ਸੀ। ਦੇਖੋ ਜਿਹੜੀ ਪਹਿਲਾਂ ਬਣ ਤੋਂ ਬੀਐਸਪੀ ਪਹਿਲਾਂ ਜਿਹੜੇ ਸੀਮਤ ਚੋਣਾਂ DS4 ਵੱਲੋਂ ਲੜੀਆਂ ਗਈਆਂ, ਜੀ ਜੀ ਪਰ ਬੜੀ ਤਾਂ ਗੱਲ ਇਹ ਹੈਗੀ ਆ ਵੀ ਉਹ ਰਾਜੀਵ ਗਾਂਧੀ ਨੂੰ ਇੰਨਾ ਡਰ ਪੈ ਗਿਆ ਵੀ ਦੇਖੋ ਅਜੇ ਤਿੰਨ ਕੋ ਤਾਂ ਸੀਟਾਂ ਹੀ ਬਹੁਤ ਆ, ਜੀ ਪਰ ਬੜੀ ਗੱਲ ਇਹ ਹੋਈ ਆ ਵੀ ਪਹਿਲਾਂ ਉਹਨੂੰ ਕਲੀਨ ਪਰਸਨ ਕਹਿੰਦੇ ਸੀ, ਜੀ ਉਹਨੇ ਵੀ ਕਿਹਾ ਸੀ ਵੀ ਮੰਡਲ ਕਮਿਸ਼ਨ ਦੀ ਰਿਪੋਰਟ ਨਹੀਂ ਲਾਗੂ ਕਰਨੀ, ਜੀ ਪਰ ਜਿਹੜਾ VP ਸਿੰਘ ਉਹਦਾ ਹੀ ਮਿਨਿਸਟਰ ਸੀ, ਜੀ ਉਹਨੂੰ ਜਦ ਦੇਖਿਆ ਵੀ ਬੋਫਰਸ ਦੇ ਵਿੱਚੋਂ ਇਹਨੇ ਕਮਿਸ਼ਨ ਲਿਆ, ਉਹਨੂੰ ਉਦੋਂ ਹੀ ਕਿਹਾ ਵੀ ਬਿਲਕੁਲ ਗਲਤ ਹੋਇਆ, ਜੀ ਵੀ ਸਾਨੂੰ ਲੋਕਾਂ ਨੇ ਇੰਨਾ ਮੈਂਡੇਟ ਰੇਟ ਦਿੱਤਾ, ਜਾਣੀ ਉਹਨੂੰ ਕਾਫੀ ਧਮਕਾਇਆ ਗਿਆ, ਡਰਾਇਆ ਗਿਆ ਵੀ ਤੂੰ ਮੇਰਾ ਮਿਨਿਸਟਰ ਹੈ। ਜੀ ਜੀ ਉਹਨੂੰ ਕਿਹਾ ਵੀ ਮੈਂ ਤਾਂ ਸੱਚ ਕਹਿਣਾ। ਜੀ ਹੁਣ ਤੁਸੀਂ ਦੇਖੋ ਵੀ ਉਹ ਮੰਤਰੀ ਚੋਂ ਅਸਤੀਫਾ ਦੇ ਦਿੱਤਾ, ਜੀ ਉਹਨੇ ਫਿਰ ਜਨਤਾ ਦਲ ਪਾਰਟੀ ਬਣਾ ਲਈ। ਜੀ ਤੁਸੀਂ ਦੇਖੋ ਵੀ ਜਾਣੀ ਉਹ ਦੇਖੋ ਕਿੰਨਾ ਮੈਂਡੇਟ ਮਿਲਿਆ ਸੀ, ਤਾਂ 1999 ਦੇ ਵਿੱਚ ਉਹ ਰਾਜੀਵ ਗਾਂਧੀ ਵੀ ਹਾਰ ਗਿਆ, ਜੀ ਤਾਂ ਉਹ VP ਸਿੰਘ ਪ੍ਰਾਈਮ ਮਿਨਿਸਟਰ ਬਣ ਗਿਆ। ਉਹ ਆ ਮੈਂ VP ਸਿੰਘ ਅਤੇ ਚੰਦਰ ਸ਼ੇਖਰ, ਇਹਨਾਂ ਦਾ ਕਾਰਜਕਾਲ ਕਿਹੋ ਜਿਹਾ ਸੀ? ਦੇਖੋ ਜਿਸ ਵੇਲੇ ਉਹ ਰਾਜੀਵ ਗਾਂਧੀ ਦੀ ਸਰਕਾਰ ਜਾਂਦੀ ਰਹੀ, ਜੀ ਜਿਹੜਾ ਉਹ VP ਸਿੰਘ ਸੀਗਾ ਭਾਵੇਂ ਉਹ ਪਹਿਲਾਂ ਕਾਂਗਰਸੀ ਸੀ, ਜੀ ਪਰ ਉਹ ਸੰਵਿਧਾਨ ਨੂੰ ਮੰਨਦਾ ਸੀ। ਜੀ ਹੁਣ ਤੁਸੀਂ ਦੇਖੋ ਵੀ ਉਹ ਜਦ ਬਣਿਆ ਤਾਂ ਉਹਨੇ ਕਿਹਾ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਭਾਰਤ ਰਤਨ ਮਿਲਣਾ ਚਾਹੀਦਾ। ਜੀ ਫਿਰ ਬਾਬਾ ਸਾਹਿਬ ਦੀ ਸ਼ਤਾਬਦੀ ਵੀ ਉਹਨੂੰ ਮਨਾਈ, ਜੀ ਫਿਰ ਸੈਂਟਰਲ ਹਾਲ 'ਚ ਉਹਨਾਂ ਦਾ ਪੋਰਟਰੇਟ ਵੀ ਲਵਾਇਆ। ਜੀ ਫਿਰ ਬੜੀ ਤਾਂ ਗੱਲ ਆ ਵੀ ਉਹ ਇੰਨਾ ਪਪੂਲਰ ਹੋ ਰਿਹਾ ਸੀਗਾ, ਤਾਂ ਪਰ ਉਹਨੂੰ ਜਿਹੜੇ ਬਾਹਰੋਂ ਸਪੋਰਟ ਭਾਜਪਾ ਵਾਲੇ ਕਰ ਰਹੇ ਸੀ ਜੀ ਤੇ ਕਮਿਊਨਿਸਟ ਵੀ ਕਰ ਰਹੇ ਸੀ, ਜੀ ਉਹ ਭਾਜਪਾ ਵਾਲੇ ਦੇਖ ਚਾਹੁੰਦੇ ਸੀ ਵੀ ਜ਼ਿਆਦਾ ਮਸ਼ਹੂਰ ਨਾ ਹੋਵੇ, ਜੀ ਵੀ ਫਿਰ ਅਸੀਂ ਤਾਂ ਕੁਝ ਵੀ ਨਾ ਹੋਏ, ਜੀ ਵੀ ਅਸੀਂ ਤਾਂ ਇਹਨੂੰ ਸਪੋਰਟ ਕਰਨੀ ਆ ਆਪਣੇ ਹਿੰਦੂਤਵ ਵਰਡ। ਜੀ ਪਰ ਜਦੋਂ ਉਹਨੂੰ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੀ ਕੀਤੀ ਤਾਂ ਉਦੋਂ ਹੀ ਉਹਨੇ ਸਪੋਰਟ ਵਿਡਰਾ ਕਰ ਦਿੱਤੀ। ਜੀ ਤੁਸੀਂ ਦੇਖੋ ਵੀ ਦੰਗੇ ਲੱਪੇ ਹੋਣ, ਬਹੁਤ ਉੱਥੇ ਜਾਣੀ ਸਟੂਡੈਂਟਾਂ ਨੂੰ ਕੀਤਾ ਗਿਆ, ਪਰ ਉਸ ਵੇਲੇ ਤੁਸੀਂ ਦੇਖੋ ਵੀ ਜਿਹੜਾ ਉਹ ਫਿਰ ਬਹੁਮਤ ਜਿਹੜਾ ਹਾਰਿਆ ਉਹਨੂੰ ਤਾਂ ਰਿਜ਼ਾਈਨ ਕਰਨਾ ਪਿਆ। ਜੀ ਔਰ ਕਾਂਗਰਸ ਨੇ ਦੇਖੋ ਕਿੰਨੀ ਗਲਤੀ ਕੀਤੀ, ਨਹੀਂ ਚੰਦਰ ਸ਼ੇਖਰ ਨੂੰ ਬਣਾਤਾ,
ਜੀ ਉਹ ਜਿਹੜਾ ਜਨਤਾ ਦਲ ਸੀ ਉਹ 'ਚੋਂ ਦਫੇੜ ਕਰ ਦਿੱਤੀ। ਜੀ ਉਹ ਜਿਹੜਾ ਚੰਦਰ ਸ਼ੇਖਰ ਜਦ ਬਣ ਗਿਆ ਫਿਰ ਉਹ ਵੀ ਇਹਨਾਂ ਨੂੰ ਅੱਖਾਂ ਲੱਪਿਆ ਦਿਖਾਲਣ, ਜੀ ਕਿਉਂਕਿ ਚੌਧਰੀ ਦੇਵੀ ਲਾਲ ਵੀ ਉਹਦੇ ਨਾਲ ਸੀ। ਜੀ ਤਾਂ ਉਸ ਵੇਲੇ ਫਿਰ ਜਾਣੀ ਫਿਰ ਚੋਣਾਂ ਜਾਣੀ ਤੁਹਾਨੂੰ ਪਤਾ ਵੀ ਹੋਈਆਂ 1991 'ਚ। ਜੀ ਉਸ ਵੇਲੇ ਰਾਜੀਵ ਗਾਂਧੀ ਦੀ ਵੀ ਮੌਤ ਹੋ ਗਈ, ਜੀ ਕਿਉਂਕਿ ਉਹ ਬਿਲਕੁਲ ਸ਼ੁਗਲਾਕਾਰ ਸੀ। ਜੀ ਅੱਛਾ, ਪੀਵੀ ਨਰਸਿਮਹਾ ਰਾਓ ਦੇ ਕਾਰਜਕਾਲ ਤੇ ਥੋੜਾ ਜਿਹਾ ਚਾਨਣਾ ਪਾਓਗੇ? ਕਿਉਂਕਿ ਦੇਖੋ ਜਿਸ ਵੇਲੇ ਉਹ ਰਾਜੀਵ ਗਾਂਧੀ ਦੀ ਮੌਤ ਹੋ ਗਈ ਜੀ ਉਸ ਵੇਲੇ ਥੋੜਾ ਜਿਹਾ ਸੰਪਤੀ ਵੋਟ ਵੀ ਇਹਨਾਂ ਨੂੰ ਮਿਲ ਗਿਆ, ਜੀ ਪਰ ਉਹ ਰਾਜੀਵ ਗਾਂਧੀ ਤਾਂ ਰਿਹਾ ਜੀ। ਨਹੀਂ, ਫਿਰ ਤਾਂ ਹੋਰੇ ਕਿਸੇ ਕਾਂਗਰਸੀ ਨੂੰ ਬਣਨਾ ਸੀ। ਠੀਕ ਹੈ। ਉਹ ਜਿਹੜੀ ਫਿਰ ਚੋਣ ਹੋਈ ਉਹਦੇ ਵਿੱਚ ਜਾਣੀ ਜਿਹੜਾ ਕਾਂਗਰਸ ਨੂੰ 240 ਸੀਟਾਂ ਮਿਲ ਗਈਆਂ, ਜੀ ਪਰ ਸਰਕਾਰ ਬਣਾਉਣ ਲਈ ਤਾਂ 272 ਚਾਹੀਦੀਆਂ। ਜੀ ਉਹਨੀ ਫਿਰ ਪੀਵੀ ਨਰਸਿਮਹਾ ਰਾਓ ਵੀ ਕਾਫੀ ਸਿਆਣੇ ਸੀ, ਉਹਨੇ ਕਿਹਾ ਵੀ ਲੋਕ ਤਾਂ ਜ਼ਿਆਦਾ ਖਰੀਦ ਲੈਂਦੇ ਆ, ਅਸੀਂ ਤਾਂ ਉਦਾਂ ਹੀ ਖਰੀਦ ਲੈਣੀਆਂ ਇੰਨੀਆਂ। ਠੀਕ ਹੈ। ਉਹਨੇ ਇੱਕ ਝਾਰਖੰਡ ਮੁਕਤੀ ਮੋਰਚਾ ਪਾਰਟੀ ਸੀ, ਹੋਰ ਪਾਰਟੀਆਂ ਨੇ ਕਿਹਾ ਵੀ ਤੁਸੀਂ ਤੁਹਾਡੀਆਂ ਥੋੜ੍ਹੀਆਂ ਪਾਰਟੀਆਂ ਤੁਹਾਨੂੰ ਪੈਸੇ ਮਿਲਣਗੇ ਜੀ ਵੀ ਤੁਸੀਂ 5 ਸਾਲ ਸਾਨੂੰ ਵੋਟ ਪਾਉਣੀ। ਜੀ ਜਾਣੀ ਉਹ ਜਿੰਨੀ ਸਰਕਾਰ ਚੱਲੀ ਜਾਣੀ ਉਹ ਉਹਨਾਂ ਦੇ ਬਾਅਦ ਦੇ ਵਿੱਚ ਕੇਸ ਵੀ ਚੱਲਿਆ, ਪਰ ਉਹ ਜਾਣੀ ਉਹਦਾ ਸਾਰਾ ਕਾਰਜਕਾਲ ਉਹ ਸੀ। ਜੀ ਜਾਣੀ ਉਹਦਾ ਫਾਈਨੈਂਸ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਸੀ। ਜੀ ਹਾਂਜੀ। ਅੱਛਾ, ਦੇਵਗੌੜਾ ਅਤੇ ਇੰਦਰ ਕੁਮਾਰ ਗੁਜਰਾਲ ਸਰਕਾਰ ਕਿਉਂ ਨਹੀਂ ਟਿਕ ਸਕੀਆਂ, ਇਹ ਤੇ ਥੋੜਾ ਜਿਹਾ ਚਾਨਣ ਪਾਉਂਗੇ? ਹਾਂ ਦੇਖੋ, ਪਹਿਲਾਂ ਤਾਂ ਇਹ ਹੈਗੀ ਆ ਵੀ ਜਦ 1996 ਦੀਆਂ ਚੋਣਾਂ ਹੋਈਆਂ ਹਾਂਜੀ। ਉਸ ਵੇਲੇ ਜਿਹੜੀ ਭਾਜਪਾ ਸੀਗੀ ਇਹ ਸਿੰਗਲ ਪਾਰਟੀ ਵੱਡੀ ਸੀ, ਜੀ ਬਾਕੀ ਉਹ ਜਨਤਾ ਦਲ ਜਿਹੜੇ ਹੋਰ ਸੀਗੇ ਥੋੜੇ, ਔਰ ਕਾਂਗਰਸ ਵੀ ਸੀਗੀ। ਜੀ ਪਰ ਉਸ ਵੇਲੇ ਜਿਹੜਾ ਰਾਸ਼ਟਰਪਤੀ ਸੀ ਹੁਣ ਤੁਸੀਂ ਦੇਖੋ ਵੀ ਆਪਣੀ ਮਰਜ਼ੀ ਦੇ ਨਾਲ ਡਾਕਟਰ ਸ਼ੰਕਰ ਦਯਾਲ ਸ਼ਰਮਾ ਜੀ ਉਹਨੇ ਅਟਲ ਬਿਹਾਰੀ ਵਾਜਪਾਈ ਨੂੰ ਕਿਹਾ ਵੀ ਮੈਂ ਤੈਨੂੰ ਸਹੁੰ ਚੁਕਾਉਣਾ, ਜੀ ਜਿਹੜਾ ਭਾਜਪਾ ਦਾ ਸੀਗਾ। ਜੀ ਉਹ ਵੀ ਬੜਾ ਹੈਰਾਨ ਵੀ ਸਾਡੇ ਕੋਲ ਤਾਂ ਸੀਟਾਂ ਹੀ ਬਹੁਤ ਘੱਟ ਆ, ਪਰ ਉਹਨੇ ਕਿਹਾ ਵੀ ਚਲੋ ਕਰ ਲੈਂਦੇ। ਜੀ ਉਹਨੂੰ ਸਹੁੰ ਚੁਕਾ ਦਿੱਤੀ। ਜੀ ਉਹਨੂੰ ਕਿਹਾ ਵੀ 15 ਦਿਨ ਦੇ ਵਿੱਚ ਤੂੰ ਬਹੁਮਤ ਦਿਖਾ ਲੈਣਾ। ਜੀ ਉਹ ਜਦ ਦੇਖਿਆ ਤਾਂ ਸਿਰਫ ਅਕਾਲੀ ਉਹਦੇ ਵੱਲ ਚਲੇ ਗਏ, ਹੋਰ ਤਾਂ ਉਹ ਜਾਣੀ ਮਤਲਬ ਉਹਨੂੰ ਕਹਿ ਦਿੱਤਾ ਵੀ ਮੇਰੇ ਕੋਲ ਨਹੀਂ ਹੁੰਦਾ। 13 ਦਿਨਾਂ ਬਾਅਦ ਰਿਜ਼ਾਈਨ ਕਰ ਦਿੱਤਾ। ਜੀ ਫਿਰ ਉਹ ਰਾਸ਼ਟਰਪਤੀ ਨੇ ਕਿਹਾ ਵੀ ਹੋਰ ਕੋਈ ਤਰੀਕਾ ਅਪਣਾਓ। ਜੀ ਫਿਰ ਉਹ ਕਾਂਗਰਸ ਵਾਲਿਆਂ ਨੇ ਹੋਰ ਸਾਰਿਆਂ ਨੇ ਮਿਲ ਕੇ ਕਿਹਾ ਵੀ ਦੇਵਗੌੜਾ ਨੂੰ ਬਣਾਓ, ਉਹ ਜਨਤਾ ਦਲ ਦਾ ਸੀਗਾ, ਜੀ ਉਹਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ। ਜੀ ਹੁਣ ਉਹ ਤੁਸੀਂ ਦੇਖੋ ਵੀ ਉਹ ਬੜਾ ਚੰਗਾ ਕੰਮ ਕਰਦਾ ਸੀ, ਜੀ ਪਰ ਕਾਂਗਰਸ ਚਾਹੁੰਦੀ ਸੀ ਵੀ ਮੁੜ ਕੇ ਅਸੀਂ ਬਣੀਏ, ਜੀ ਵੀ ਇਹ ਪਪੂਲਰ ਨਾ ਹੋ ਜਵੇ। ਜੀ ਉਹਨੂੰ ਲਾਪਿਆ ਕਹਿਣ ਵੀ ਨਹੀਂ ਨਹੀਂ। ਫਿਰ ਸੀਤਾਰਾਮ ਕੇਸਰੀ ਕਾਂਗਰਸ ਦੇ ਪ੍ਰਧਾਨ ਬਣ ਗਏ ਸੀ, ਜੀ ਤੇ ਉਹਨੇ ਕਿਹਾ ਵੀ ਦੇਖੋ ਤੁਸੀਂ ਖਰਾਬ ਨਾ ਕਰੋ, ਵੀ ਅਸੀਂ ਪ੍ਰਾਈਮ ਮਿਨਿਸਟਰ ਹੋਰ ਬਦਲ ਦਿੰਨੇ ਆ। ਜੀ ਫਿਰ ਇੰਦਰ ਕੁਮਾਰ ਗੁਜਰਾਲ ਨੂੰ ਬਣਾ ਦਿੱਤਾ। ਜੀ ਉਹ ਵੀ ਬੜਾ ਚੰਗਾ ਕੰਮ ਕਰ ਰਿਹਾ ਸੀ, ਜੀ ਪਰ ਕਾਂਗਰਸ ਨੂੰ ਉਹ ਵੀ ਪਸੰਦ ਨਹੀਂ ਸੀ। ਜੀ ਉਹ ਤੋਂ ਵੀ ਜਾਣੀ ਮਤਲਬ ਹੈ ਸਮਰਥਨ ਵਾਪਸ ਲੈ ਲਿਆ, ਉਹ ਵੀ ਸਰਕਾਰ ਜਾਂਦੀ ਰਹੀ, ਤੇ ਫਿਰ ਜਾਣੀ ਫਿਰ ਚੋਣਾਂ ਹੋਈਆਂ। ਜੀ ਅੱਛਾ, ਅਟਲ ਬਿਹਾਰੀ ਵਾਜਪਾਈ ਦਾ ਕਿਹੋ ਜਿਹਾ ਕਾਰਜਕਾਲ ਰਿਹਾ, ਇਹਦੇ ਤੇ ਜਾਣਨਾ ਪਊ। ਦੇਖੋ ਜਿਹੜਾ ਪਹਿਲਾਂ ਤਾਂ ਉਹ 13 ਦਿਨ ਰਹਿ ਚੁੱਕਾ ਸੀ, ਜੀ ਇਹ ਉਹ ਜਿਹੜਾ ਦੂਸਰਾ ਉਹਦਾ ਕਾਰਜਕਾਲ ਹੋਇਆ, ਫਿਰ ਜਾਣੀ ਉਹਨੇ ਮੈਂ ਹੋਰ ਪਾਰਟੀਆਂ ਨੇ ਕਿਹਾ ਵੀ ਜਿਹੜਾ ਮੁੜ ਮੁੜ ਕੇ ਕਦੇ ਕਾਂਗਰਸ ਨਾ ਕਿਸੇ ਨੂੰ ਕੋਈ ਰਾਜ ਕਰਨ ਦਿੰਦੀ ਹੈ, ਜੀ ਵੀ ਇਹ ਤਾਂ ਉਹੀ ਗੱਲ ਹੈ। ਜੀ ਪਰ ਬੜੀ ਤਾਂ ਗੱਲ ਹੈ ਵੀ ਜਿਹੜੀ ਹਿੰਦੂਤਵ ਦੀ ਵਿਚਾਰਧਾਰਾ ਉਹ ਨਾਲ ਦੀ ਨਾਲ ਚੱਲ ਰਹੀ ਸੀ। ਜੀ ਵੀਪੀ ਸਿੰਘ ਨੂੰ ਵੀ ਉਹਨੇ ਗਿਰਾਇਆ। ਜੀ ਆ ਜਿਹੜਾ ਹੁਣ ਦੇਖੋ ਵੀ ਆ ਮੰਦਿਰ ਦੀ ਗੱਲ ਮੂਹਰੇ ਲੈ ਆਂਦੇ, ਉਹਨਾਂ ਕੋਈ ਫਾਇਦਾ ਹੀ ਨਹੀਂ ਹੋਇਆ। ਜੀ ਔਰ ਉਹ ਜਿਹੜੀ ਮੰਡਲ ਕਮਿਸ਼ਨ ਦੀ ਰਿਪੋਰਟ ਹੈ ਉਹ ਸੁਪਰੀਮ ਕੋਰਟ ਨੇ ਪਾਸ ਕਰ ਦਿੱਤੀ। ਜੀ ਉਹਨੇ ਕਿਹਾ ਵੀ ਉਹ ਬਿਲਕੁਲ ਸਹੀ ਸੀ। ਜੀ ਔਰ ਉਹ ਫਿਰ ਜਿਸ ਵੇਲੇ ਉਹ ਚੋਣਾਂ ਹੋਈਆਂ ਤਾਂ ਉਸ ਵੇਲੇ ਜਾਣੀ ਉਹ ਵਾਜਪਾਈ ਦੇ ਨਾਲ ਪਾਰਟੀਆਂ ਨੇ ਮਿਲ ਕੇ ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ ਬਣਾ ਲਿਆ। ਜੀ ਉਹਨੇ ਕਿਹਾ ਵੀ ਤੂੰ ਡਰਨਾ ਵੀ ਅਸੀਂ ਤੇਰੇ ਨਾਲ ਆ, ਜੀ ਤੇ ਉਹਨੂੰ ਫਿਰ ਜਾਣੀ ਵਾਜਪਾਈ ਨੂੰ ਦੁਬਾਰਾ ਫਿਰ ਬਣ ਗਿਆ। ਜੀ ਪਰ ਉਹ ਵੀ ਤੁਸੀਂ ਦੇਖੋ ਵੀ ਉਹ ਜਦ ਸਰਕਾਰ ਚੱਲ ਰਹੀ ਸੀ, ਜਦ ਉਹ ਚੱਲਦੀ ਸੀਗੀ ਤਾਂ ਉਹਨਾਂ ਦੇ ਵਿੱਚ ਜੈਲਤਾ ਦੀ ਪਾਰਟੀ ਸੀ, ਜੀ ਆਲ ਇੰਡੀਆ DMK। ਜੀ ਉਹਨੇ ਉਹਨੂੰ ਕਿਹਾ ਵੀ ਤੂੰ ਠੀਕ ਕੰਮ ਨਹੀਂ ਕਰਦਾ, ਵੀ ਤੂੰ ਵੀ ਤਾਂ ਹੇਰਾਫੇਰੀ ਕਰਦਾ। ਜੀ ਉਹਨੇ ਕਿਹਾ ਵੀ ਔਰਤ ਤਾਂ ਉਹ ਗੱਲ ਕਰਦੀ ਵੀ ਉਹਨੇ ਕਿਹਾ ਵੀ ਮੈਂ ਸਮਰਥਨ ਹੀ ਵਾਪਸ ਕਰ ਰਹੀ। ਜੀ ਉਹ ਜਾਨੀ ਸਮਰਥਨ ਜਦ ਵਾਪਸ ਉਹਨੇ ਕਿਹਾ ਤਾਂ ਫਿਰ ਤਾਂ ਵੋਟ ਪੈਣੀ ਸੀ। ਜੀ ਔਰ ਉਹ ਜਾਨੀ ਵਾਜਪਾਈ ਨੱਠ ਭੱਜ ਲੱਗਾ ਕਾਰਨ BSP ਵਾਲਿਆਂ ਦੀਆਂ ਮਿਹਨਤਾਂ ਕਰੇ, BSP ਦੀਆਂ 5 ਹੀ ਵੋਟਾਂ ਸੀ। ਜੀ ਅਖੀਰ ਜੀ ਜਾਨੀ ਉਹ ਵੋਟ ਪਈ ਤਾਂ ਉਹ ਸਰਕਾਰ 270 ਅਗੇਂਸਟ 269 ਪੱਕ ਇੱਕ ਵੋਟ ਤੇ ਹਾਰ ਗਈ। ਜੀ ਔਰ ਉਹ BSP ਨੇ ਹਰਾਈ ਸੀ। ਜੀ ਔਰ ਫਿਰ ਚੋਣਾਂ ਹੋਈਆਂ। ਜੀ
ਪਰ ਫਿਰ ਉਹ ਜਿਹੜਾ ਉਹਨੇ ਆਪਣੇ ਫੁੱਲ ਟਰਮ ਜਿਹੜਾ ਪੂਰਾ 5 ਕੀਤਾ। ਸਾਲ ਪੂਰੇ ਕੀਤੇ। ਹਾਂ ਅੱਛਾ, UPA 1 ਤੇ UPA 2 ਡਾਕਟਰ ਮੋਹਨ ਸਿੰਘ ਦੇ ਕਾਰਜਕਾਲ ਬਾਰੇ, ਮਨਮੋਹਨ ਸਿੰਘ ਉਹਨਾਂ ਦੇ ਉਹ ਦੇਖੋ ਕਾਰਜਕਾਲ ਜਿਸ ਬਾਰੇ। ਵੇਲੇ ਉਹ ਅਟਲ ਬਿਹਾਰੀ ਵਾਜਪਾਈ ਦਾ ਕਾਰਜਕਾਲ ਖਤਮ ਦੇ ਲਾਗੇ ਸੀ, ਜੀ ਉਸ ਵੇਲੇ ਜਾਣੀ ਇਹਨਾਂ ਨੂੰ ਸ਼ੱਕ ਪੈ ਗਿਆ ਵੀ ਅਸੀਂ ਤਾਂ ਬਹੁਤ ਕੰਮ ਕਰ ਦਿੱਤੇ ਆ, ਜੀ ਵੀ ਅਸੀਂ ਤਾਂ ਸਾਡੇ ਤਾਂ ਖੁਸ਼ੀ ਹੀ ਬਹੁਤ ਹੈ। ਹੂੰ, ਜਾਣੀ ਇਹਨੇ ਨਾਰਾ ਦਿੱਤਾ ਵੀ ਸ਼ਾਈਨਿੰਗ ਇੰਡੀਆ। ਦੈਟਸ ਰਾਈਟ। ਉਹ ਜਦ ਦਿੱਤਾ ਤਾਂ ਉਹ ਲੋਕਾਂ ਨੇ ਕਿਹਾ ਵੀ ਇਹ ਤਾਂ ਬਹੁਤ ਆ। ਜਦੋਂ ਫਿਰ ਰਿਜ਼ਲਟ ਆਇਆ ਤਾਂ ਉਹ ਹਾਰ ਗਏ। ਜੀ ਉਹ ਹਾਰ ਗਏ, ਪਰ ਉਸ ਵੇਲੇ ਜਿਹੜੀ ਸੋਨੀਆ ਗਾਂਧੀ ਸੀਗੀ, ਇਹਨੂੰ ਬੀਜੇਪੀ ਬਹੁਤ ਕਹਿੰਦੀ ਸੀ ਵੀ ਪ੍ਰਾਈਮ ਮਿਨਿਸਟਰ ਨਹੀਂ ਬਣਦੇ। ਜੀ ਔਰ ਜਿਹੜੀ Foreigner ਹਾਂ, ਕਰਕੇ। ਨਹੀਂ ਸੁਸ਼ਮਾ ਸਵਰਾਜ ਨੇ ਤਾਂ ਕਿਹਾ ਸੀ ਵੀ ਜਿੱਦਣ ਤੈਨੂੰ ਸੀ ਇਹਨੂੰ ਸਹੁੰ ਚੁਕਾਈ, ਮੈਂ ਸਿਰ ਤੇ ਉਸ ਤਰ੍ਹਾਂ ਫਰਾ ਕੇ ਤਾਂ ਮੈਂ ਇੱਥੇ ਭੁੱਖ ਹੜਤਾਲ ਰੱਖ ਲੈਣੀ। ਜੀ ਤਾਂ ਉਹਨੇ ਫਿਰ ਮਿਲ ਕੇ ਸਕੀਮ ਬਣਾਈ ਵੀ ਚਲੋ ਆਪਾਂ ਇੱਕ ਸੰਗਠਨ ਬਣਾ ਲੈਂਦੇ ਹਾਂ, ਯੂਨਾਈਟਿਡ ਪ੍ਰੋਗਰੈਸ ਅਲਾਇੰਸ। ਜੀ ਵੀ ਪ੍ਰਾਈਮ ਮਿਨਿਸਟਰ ਬਣਾਉਂਦੇ ਆ ਡਾਕਟਰ ਮਨਮੋਹਨ ਸਿੰਘ ਨੂੰ, ਵੀ ਕੁਝ ਪਾਰਟੀਆਂ ਸਾਨੂੰ ਵਿੱਚ ਆ ਕੇ ਮਿਨਿਸਟਰ ਬਣ ਜਾਣ, ਕੋਲ ਬਾਹਰੋਂ ਸਮਰਥਨ ਕਰ ਦੇਣ। ਜੀ ਉਹਦੇ ਵਿੱਚ BSP ਨੇ ਬਾਹਰੋਂ ਸਮਰਥਨ ਕੀਤਾ ਸੀ। ਜੀ ਤਾਂ ਉਹ ਜਿਹੜਾ ਪਹਿਲਾ ਕਾਰਜਕਾਲ ਸੀ ਡਾਕਟਰ ਮਨਮੋਹਨ ਸਿੰਘ ਦਾ, ਉਹ ਸੀ। ਜੀ ਫਿਰ ਉਹ ਜਿਹੜਾ ਦੂਸਰਾ ਕਾਰਜਕਾਲ ਸੀ, ਉਹਦੇ ਵਿੱਚ ਉਹਨੇ ਅਡਵਾਨੀ ਨੂੰ ਵੀ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ। ਜੀ ਪਰ ਬੜੀ ਤਾਂ ਗੱਲ ਇਹ ਹੈਗੀ ਆ ਵੀ ਜਿਹੜਾ ਡਾਕਟਰ ਮਨਮੋਹਨ ਸਿੰਘ ਸੀ, ਉਹ ਕਦੇ ਵੀ ਲੋਕ ਸਭਾ ਲਈ ਨਹੀਂ ਸੀ ਜਿੱਤੇ, ਜੀ ਉਹ ਰਾਜ ਸਭਾ ਕਰਕੇ ਰਾਜ ਸਭਾ ਸੀ। ਦੇ ਥਰੂ ਹੁੰਦੇ ਰਹੇ। ਤੇ ਬਾਕੀ ਉਹ ਤੇ ਸੋਨੀਆ ਦਾ ਦਬਾਅ ਵੀ ਬਹੁਤ ਸੀ। ਜੀ ਬੜੀ ਗੱਲ ਸੀ ਵੀ ਉਹ ਰਾਹੁਲ ਗਾਂਧੀ ਨੂੰ ਤਿਆਰ ਕਰ ਰਿਹਾ ਸੀ। ਜੀ ਰਾਹੁਲ ਗਾਂਧੀ ਖੁਦ ਉਹਦੇ ਲਈ ਸਮੱਸਿਆ ਖੜੀਆਂ ਕਰੀ ਜਾਂਦਾ ਸੀ, ਜੀ ਕਈ ਵਾਰੀ ਜਾਣੀ ਪੇਪਰ ਪਾੜ ਦੇਣਾ, ਬਹੁਤ ਕਰ ਦੇਣਾ। ਹਾਂਜੀ ਇਸ ਕਰਕੇ ਜਾਣੀ ਜਿਹੜਾ ਦੂਸਰਾ ਕਾਰਜਕਾਲ ਆ, ਫਿਰ ਕਈ ਕਾਂਡ ਵੀ ਹੋਏ, ਤਾਂ ਫਿਰ ਜਾਣੀ ਉਹ ਸਰਕਾਰ ਜਾਂਦੀ ਰਹੀ। ਹਾਂਜੀ। ਅੱਛਾ, ਨਰਿੰਦਰ ਮੋਦੀ ਨੂੰ 2014 ਵਿੱਚ RSS ਨੇ ਕਿਵੇਂ ਅੱਗੇ ਲਿਆਂਦਾ? ਇਸ ਨੇ ਕਿਵੇਂ ਹਿੰਦੂਤਵ ਨੂੰ ਮਜ਼ਬੂਤ ਕੀਤਾ? ਕਿਉਂਕਿ ਜਿਹੜਾ ਇਹ ਦੋ ਹੀ ਕਾਲ ਜਿਹੜੇ UPA 1 ਤਾਂ UPA 2 ਸੀ, ਜੀ ਇਹਦਾ ਰਿਐਕਸ਼ਨ ਹੋਇਆ। ਜੀ ਉਹ RSS ਨੇ ਕਿਹਾ ਵੀ ਇਹਦਾ ਫਾਇਦਾ ਉਠਾਉਣਾ ਚਾਹੀਦਾ, ਜੀ ਕਿਉਂਕਿ ਉਹਨੂੰ ਲਾਪਾ ਕਹਿਣ ਵੀ ਇਹ ਤਾਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਸੀ, ਜੀ ਵੀ ਇਹ ਤਾਂ ਸਰਕਾਰ ਤਾਂ ਸੋਨੀਆ ਹੀ ਚਲਾਉਂਦੀ ਸੀ। ਜੀ ਆ ਜਿਹੜਾ ਭਗਵੰਤ ਮਾਨ ਆ, ਇਹਨੇ ਉਸ ਵੇਲੇ ਇੱਕ ਮਖੌਲ ਬਣਾਇਆ ਸੀ ਵੀ ਜਦ ਇਹ ਮਨਮੋਹਨ ਸਿੰਘ ਘਰ ਨੂੰ ਜਾਂਦਾ ਸੀ ਤੇ ਵੀ ਸੋਨੀਆ ਨੂੰ ਪੁੱਛਦਾ ਹੁੰਦਾ ਵੀ ਕੱਲ ਨੂੰ ਕਿਹੜੀ ਰੰਗ ਦੀ ਪੱਗ ਬੰਨ੍ਹ ਕੇ ਆਵਾਂ। ਜੀ ਵੀ ਜਿੱਥੇ ਵੀ ਜਾਂਦਾ ਪੈਂਦਾ ਸੋਨੀਆ ਦੇ ਗੁਣ ਗਾਉਂਦਾ। ਉਹ RSS ਨੇ ਇਹਦਾ ਫਾਇਦਾ ਉਠਾਇਆ। ਉਹਨੇ ਕਿਹਾ ਵੀ ਜਿਹੜਾ ਸਹੀ ਜਿਹੜਾ ਸ਼ਾਸਨ ਆ ਉਹ ਅਸੀਂ ਚਲਾਵਾਂਗੇ। ਜੀ ਉਹਨੇ ਕਿਹਾ ਵੀ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਅਡਵਾਨੀ ਵੀ ਪਿੱਛੇ ਹਟ ਜਾਵੇ, ਵਾਜਪਾਈ ਵੀ ਪਿੱਛੇ ਹਟ ਜਾਵੇ, ਸਹੀ ਜਿਹੜਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਚਾਹੀਦਾ। ਜੀ ਵੀ ਅਸੀਂ ਤਾਂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ, ਜੀ ਵੀ ਇਹ ਜਿਹੜਾ ਬੰਦਾ ਹੈ ਇਹ ਗੁਜਰਾਤ ਦਾ ਸਫਲ ਮੁੱਖ ਮੰਤਰੀ ਰਿਹਾ, ਜੀ ਵੀ ਇਹਨੂੰ ਜਾਣੀ ਪ੍ਰਾਈਮ ਮਿਨਿਸਟਰ ਬਣਾਉਣਾ। ਉਦੋਂ ਤੋਂ ਐਲਾਨ ਵੀ ਕਰਾਇਆ ਜੀ ਵੀ ਤੈਨੂੰ ਅਸੀਂ ਤਦ ਪ੍ਰਾਈਮ ਮਿਨਿਸਟਰ ਵਾਸਤੇ ਐਲਾਨ ਕਰਨਾ ਵੀ ਤੂੰ ਕਹਿ ਵੀ ਮੈਂ ਹਿੰਦੂ ਤਵੀ ਹਾਂ, ਜੀ ਵੀ ਮੈਂ ਹਿੰਦੂ ਰਾਸ਼ਟਰ ਲਈ ਸਾਰਾ ਕੁਝ ਕਰਾਂਗਾ। ਜੀ ਇਸ ਕਰਕੇ ਉਹਨੂੰ ਲਿਆ ਕੇ ਤਾਂ ਉਹ ਚੋਣ ਲੜੀ, ਤਾਂ ਉਹਨਾਂ ਨੂੰ ਬਹੁਮਤ ਮਿਲ ਗਿਆ। ਜੀ। ਹਾਂਜੀ। ਅੱਛਾ, 2019 ਵਿੱਚ ਨਰਿੰਦਰ ਮੋਦੀ ਦੁਬਾਰਾ ਕਿਵੇਂ ਜਿੱਤ ਹਾਸਲ ਕਰ ਗਿਆ ਅਤੇ ਹਿੰਦੂਤਵ ਵਿਚਾਰਧਾਰਾ ਨੂੰ ਕਿਵੇਂ ਲਾਗੂ ਕਰ ਰਿਹਾ ਹੈ? ਕਿਉਂਕਿ ਦੇਖੋ ਜਿਹੜਾ ਨਰਿੰਦਰ ਮੋਦੀ ਆ, ਸਾਰੀ RSS ਉਹਦੇ ਨਾਲ ਸੀ। ਜੀ ਜੇ ਤੁਸੀਂ ਦੇਖਿਆ ਜਾਵੇ ਤਾਂ ਉਹਨੇ ਸਾਰਾ ਹਿੰਦੂਤਵ ਲਈ ਕੰਮ ਕੀਤਾ, ਜੀ ਜਿੰਨਾ ਵੀ ਪ੍ਰਚਾਰ ਕੀਤਾ ਹਿੰਦੂਤਵ ਦੇ ਲਈ। ਜੀ ਤੁਸੀਂ ਦੇਖੋ ਵੀ ਮੀਡੀਆ ਸਾਰਾ ਉਹਨਾਂ ਦੇ ਵੱਲ ਸੀ, ਜੀ ਜਾਣੀ ਉਹਨੂੰ ਮਤਲਬ ਸਹੀ ਅਰਥਾਂ ਦੇ ਵਿੱਚ ਸੰਵਿਧਾਨ ਦੇ ਵਿਰੁੱਧ ਕੰਮ ਕੀਤਾ। ਜੀ ਪਰ ਫਿਰ ਵੀ ਉਹ ਜਿਹੜੀ ਵੋਟ ਮੰਗਦੇ ਸੀ ਲੋਕਾਂ ਤੋਂ ਵੀ ਆਪਾਂ ਹਿੰਦੂ ਆ। ਜੀ ਹੁਣ ਤੁਹਾਨੂੰ ਪਤਾ ਵੀ ਜਿਹੜੇ ਲੋਕ ਆ ਉਹ ਸਮਝਦੇ ਨਹੀਂ, ਜੀ ਜਿਹੜੇ SC ST OBC ਵੀ ਆਪਾਂ ਹਿੰਦੂ ਆ, ਵੀ ਆਪਣੇ ਸਭ ਤੋਂ ਦੁਸ਼ਮਣ ਤਾਂ ਮੁਸਲਮਾਨ ਆ। ਜੀ ਇਸ ਨੂੰ ਮੌਕ ਕਰਕੇ ਜਾਣੀ ਉਹਨੀ ਮਤਲਬ ਹੈ ਇਹ ਚੋਣ ਲੜੀ, ਜੀ। ਤਾਂ ਉਹ ਜਿੱਤ ਗਿਆ। ਅੱਛਾ, ਆ ਦੋ ਫੋਨ ਹੋ ਰਹੇ ਨੇ। ਜਸਵੀਰ ਕਰੜੇ, ਐਕਸੀਲੈਂਟ ਪ੍ਰੋਗਰਾਮ। ਉਸ ਦੇ ਨਾਲ ਹੀ ਅਲੀਸ਼ਾ ਚੌਹਾਨ ਪੋਤੀ ਜੀ, ਗਲੈਡ ਟੂ ਸੀ both of you on Lotus TV. Very good program. Thank you very much ਅਲੀਸ਼ਾ। ਮੇਰਾ ਅਗਲਾ ਸਵਾਲ ਆ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦੀ ਕਾਰਜਸ਼ਾਲੀ ਬਾਰੇ ਥੋੜਾ ਜਿਹਾ
ਕਿਉਂਕਿ ਦੇਖੋ ਇਹ ਜਿਹੜੀਆਂ ਜੋੜੀਆਂ ਬਣਦੀਆਂ ਹੈਗੀਆਂ, ਜੀ ਜਿਹੜੀ ਆਰਐਸਐਸ ਆ, ਇਹਨਾਂ ਨੇ ਉੱਤੋਂ ਵੀ ਇਹਨਾਂ ਨੂੰ ਜ਼ਿਆਦਾ ਗੁਜਰਾਤ ਦਾ ਉਹ ਮੁੱਖ ਮੰਤਰੀ ਸੀ ਤੇ ਇਹ ਗ੍ਰਹਿ ਮੰਤਰੀ ਸੀ, ਜੀ ਉਹਦੀ ਆਰਐਸਐਸ ਇਹਨਾਂ ਨੂੰ ਚਾਹੁੰਦੀ ਸੀ। ਜੀ ਉਹਨੇ ਕਿਹਾ ਵੀ ਜਿੱਦਾਂ ਇਹ ਗੁਜਰਾਤ ਦੇ ਵਿੱਚ ਹੀ ਨਹੀਂ ਹਿੰਦੂਤਵ ਏਜੰਡੇ ਨੂੰ ਲੈ ਆਇਆ ਮੁਸਲਮਾਨਾਂ ਦੇ ਨਾਲ ਕਤਲੇਆਮ ਕਰਕੇ, ਜੀ ਵੀ ਸੈਂਟਰ ਜਾ ਕੇ ਵੀ ਕੰਮ ਕਰਨ, ਔਰ ਉੱਦਾਂ ਹੀ ਇਹ ਕਰ ਰਿਹਾ ਹੈ। ਜੀ ਹੁਣ ਤੁਸੀਂ ਦੇਖੋ ਵੀ ਉਹ ਕਿੰਨਾ ਮਤਲਬ ਹੈ ਜੋ ਕੁਝ ਕਰ ਰਹੇ ਆ, ਦੇਸ਼ ਦਾ ਤਾਂ ਹਿੱਤ ਹੀ ਨਹੀਂ। ਜੀ ਜਿਹੜਾ ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀਆਂ, ਜੀ ਜਾਣੀ ਬਿਲਕੁਲ ਜਾਣੀ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਜੀ ਲੋਕ ਜੇਲ੍ਹਾਂ 'ਚ ਬੰਦ ਆ, ਪੱਤਰਕਾਰ ਮਾਰੇ ਜਾ ਰਹੇ ਆ, ਜੀ ਪਰ ਉਹ ਜਾਣੀ ਇਹੀ ਕਹੀ ਰਿਹਾ ਹੈ ਜੀ ਵੀ ਅਸੀਂ ਤਾਂ ਸਹੀ ਕਰਨਾ ਹੈ। ਜੀ ਇਹ ਹੋ ਰਿਹਾ ਜੀ। ਜੀ ਅੱਛਾ, ਆਰਐਸਐਸ ਲਗਾਤਾਰ ਇਸ ਰਣਨੀਤੀ ਤੇ ਚੱਲ ਰਹੀ ਹੈ ਜਾਂ ਕੁਝ ਤਬਦੀਲੀ ਆਈ ਹੈ, ਇਹ ਤੇ ਵੀ ਜਾਨਣਾ ਪਾਉਂਗੇ? ਕਿਉਂਕਿ ਦੇਖੋ ਜਿਹੜੀ ਆਰਐਸਐਸ ਇਸ ਚੀਜ਼ ਨੂੰ ਮੋਨੀਟਰ ਕਰ ਰਹੀ ਹੈ। ਜੀ ਜਾਣੀ 3 ਘਟਨਾ ਦਾ ਮੈਂ ਜ਼ਿਕਰ ਕਰਦਾ ਜੀ ਵੀ 3 ਘਟਨਾ ਨਾਲ ਆਰਐਸਐਸ ਹੈਰਾਨ ਹੋਈ ਹੈ। ਜੀ ਪਹਿਲੀ ਤਾਂ ਇਹ ਸੀ ਵੀ ਇਹਨੇ ਜਿਹੜਾ SC ST ਐਕਟ ਨੂੰ ਡਿਲੂਟ ਕੀਤਾ ਸੀ ਜੀ ਜਾਣ ਬੁੱਝ ਕੇ। ਜੀ ਉਹ ਲੋਕ ਇੱਕਦਮ ਸੜਕਾਂ ਤੇ ਆ ਗਏ। ਚੁੰਡੀ ਵੱਢ ਕੇ ਦੇਖਿਆ ਸੀ ਕੀ ਹਾਂ। ਹੁੰਦਾ। ਉਹ ਜਿਸ ਵੇਲੇ ਲੋਕ ਸੜਕਾਂ ਤੇ ਆ ਗਏ ਤਾਂ ਲਾ ਮਿਨਿਸਟਰ ਉਦਣੇ ਹੀ ਸੁਪਰੀਮ ਕੋਰਟ ਪਹੁੰਚ ਗਿਆ ਜੀ ਵੀ ਤੁਸੀਂ ਇਹਨੂੰ ਕਿਉਂ ਕੀਤਾ। ਉਹਨੇ ਕਿਹਾ ਵੀ ਤੂੰ ਤਾਂ ਆਇਆ ਹੀ ਨਹੀਂ। ਜੀ ਉਹਨੇ ਫਿਰ ਸੁਪਰੀਮ ਕੋਰਟ ਨੂੰ ਕਿਹਾ ਵੀ ਜੇ ਤੂੰ ਚਾਹਣਾ ਤਾਂ ਪਾਰਲੀਮੈਂਟ 'ਚ ਪਾਸ ਕਰਾ। ਜੀ ਉਹ ਫਿਰ ਤੁਸੀਂ ਦੇਖੋ ਵੀ ਇਹਨਾਂ ਨੂੰ ਡਰਦਿਆਂ ਨੇ ਉਹ ਪਾਰਲੀਮੈਂਟ 'ਚ ਪਾਸ ਕੀਤਾ। ਜੀ ਦੂਸਰਾ ਜਿਹੜਾ ਮਮਤਾ ਬੈਨਰਜੀ ਨੇ ਹੁਣ ਦਿਖਾਲ ਦਿੱਤਾ, ਜੀ ਕਿਉਂਕਿ ਉਹਨੂੰ ਸਾਫ਼ ਦੱਸ ਦਿੱਤਾ ਵੀ ਤੁਹਾਨੂੰ ਹਰਾਇਆ ਜਾ ਸਕਦਾ। ਜੀ ਤੀਸਰਾ ਜਿਹੜਾ ਕਿਸਾਨਾਂ ਦਾ ਮੋਰਚਾ ਜਾਣੀ, ਤੁਸੀਂ ਦੇਖੋ ਵੀ ਕਾਨੂੰਨ ਜਿਹੜਾ ਬਿਲਕੁਲ ਜ਼ਿਕਰ ਕਰਨ ਨੂੰ ਤਿਆਰ ਸੀ, ਜੀ ਇਹਨੂੰ ਤਿੰਨੇ ਕਾਨੂੰਨ ਰੱਦ ਕਰਨੇ ਪੈ ਗਏ। ਜੀ ਇਸ ਕਰਕੇ ਆਰਐਸ ਜਿਹੜੀ ਆ ਉਹ ਜਾਣੀ ਉਹ ਚਾਹੁੰਦੀ ਆ ਵੀ ਕੁਝ ਨਾ ਕੁਝ ਜਿਹੜਾ ਬਦਲ ਹੋਣਾ ਚਾਹੀਦਾ। ਚੌਹਾਨ ਸਾਹਿਬ, ਪਹਿਲਾਂ ਦੀ ਤਰ੍ਹਾਂ ਅੱਜ ਫੇਰ ਉਹੀ ਆ ਕਿ ਮੇਰੇ ਕੁਐਸਚਨ ਬਹੁਤ ਆ, ਟਾਈਮ ਆਪਣੇ ਕੋਲ 53 ਸੈਕਿੰਡ ਰਹਿ ਗਿਆ। 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਦੇ ਕਿਹੋ ਜਿਹੇ ਅਨੁਮਾਨ ਆ? ਦੇਖੋ ਜਿਹੜਾ ਅੱਜ ਆਪਾਂ ਪ੍ਰੋਗਰਾਮ ਕਰ ਇੱਕ ਰਹੇ ਮਿੰਟ ਦੇ ਆ, ਦੱਸ। ਪ੍ਰੋਗਰਾਮ ਕਰ ਰਹੇ ਆ, ਉਹ ਹੈਗੇ ਆ ਵੀ ਸੰਵਿਧਾਨਿਕ ਸੰਕਟ ਦਾ ਸਮਾਧਾਨ। ਜੀ ਜਿਹੜੀ ਵੋਟ ਆ ਇਹਦੀ ਬਹੁਤ ਮਹੱਤਤਾ ਹੈ। ਜੀ 5 ਸੂਬਿਆਂ ਦੀਆਂ ਚੋਣਾਂ ਹੋ ਰਹੀਆਂ, ਜੀ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ। ਜੀ ਜੇ ਭਾਰਤ ਦਾ ਮਤਦਾਤਾ ਜੀ ਜਾਣੀ ਹੁਣੇ ਹੀ ਅਕਲ ਕਰਕੇ ਜੀ ਇਹ ਹਿੰਦੂਤਵੀ ਪਾਰਟੀਆਂ ਨੂੰ ਹਰਾ ਦੇਣ ਜੀ ਤਾਂ ਗਾਂ ਇਹ ਕੁਝ ਨਹੀਂ ਕਰ ਸਕਦੇ। ਜੀ ਇਸ ਕਰਕੇ ਅੱਜ ਦਾ ਜਿਹੜਾ ਇਹ ਹੈਗਾ ਵੀ ਸੰਵਿਧਾਨ ਨੂੰ ਬਚਾਓ ਤੇ ਜਿਹੜਾ ਹਿੰਦੂਤਵ ਹੈ ਜਾਣੀ ਇਹਨੂੰ ਹਰਾਉਣ ਦਾ ਇੱਕੋ ਇੱਕ ਤਰੀਕਾ ਹੈਗਾ ਵੀ ਆਪ ਸ਼ਾਸਕ ਬਣੋ। ਥੈਂਕ ਯੂ ਵੈਰੀ ਮਚ। ਇੱਥੇ ਟਾਈਮ ਆਪਣਾ ਖਤਮ ਹੋ ਗਿਆ। ਨਮੋ ਬੁੱਧਾ, ਜੈ ਭੀਮ।